ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡ ਭਾਗੀ ਹੋ। ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਪਹੁੰਚ ਕੇ ਆਪਣੇ ਜੀਵਨ ਦੀਆਂ ਅਮੋਲਕ ਮਿਲੀਆਂ ਹੋਈਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਚੱਲਦੀ ਲੜੀਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਆਖਿਆ ਵਿੱਚ ਅੱਜ ਦੇ ਜੋ ਸ਼ਲੋਕ ਹਨ, ਇਹਨਾਂ ਵਿੱਚ ਹਜ਼ੂਰ ਨੇ ਬਚਨ ਕੀਤੇ ਕਿ ਜਿਸ ਪਰਮਾਤਮਾ ਨੇ ਤੈਨੂੰ ਸਭ ਤੋਂ ਪਹਿਲਾਂ ਅਮੋਲਕ ਤਨ ਸਰੀਰ ਦਿੱਤਾ ਹੈ, ਫਿਰ ਇਸ ਸਰੀਰ ਦਾ ਗੁਜ਼ਾਰਾ ਚਲਾਉਣ ਵਾਸਤੇ, ਸੰਸਾਰ ਵਿੱਚ ਰਹਿਣ ਵਾਸਤੇ ਤੇਰੇ ਵਾਸਤੇ ਧਨ ਦਾ ਵੀ ਪ੍ਰਬੰਧ ਕੀਤਾ ਔਰ ਕਈ ਪ੍ਰਕਾਰ ਦੀ ਸੰਪत्ति ਵੀ ਸੰਪੈ ਤੈਨੂੰ ਦਿੱਤੀ ਹੈ। ਹਰ ਪ੍ਰਕਾਰ ਦਾ ਸੁੱਖ ਇਸ ਧਰਤੀ ਤੇ ਬਣਾਇਆ ਹੈ ਔਰ ਬੜੇ ਹੀ ਸੁੰਦਰ ਧਾਮ ਮਕਾਨ ਰਹਿਣ ਵਾਸਤੇ ਦਿੱਤੇ। ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਇਸ ਮਨ ਨੂੰ ਕਹੋ, ਇਸ ਮਨ ਨੂੰ ਸਮਝਾ, ਐਸੇ ਰਾਮ ਨੂੰ, ਐਸੇ ਪਰਮਾਤਮਾ ਨੂੰ ਫਿਰ ਤੂੰ ਸਿਮਰਦਾ ਕਿਉਂ ਨਹੀਂ? ਉਹਨੂੰ ਯਾਦ ਕਿਉਂ ਨਹੀਂ ਕਰਦਾ? ਉਹਦੇ ਨਾਲ ਸਨੇਹ ਕਿਉਂ ਨਹੀਂ ਕਰਦਾ? ਜੇ ਤੂੰ ਉਹਦੇ ਨਾਲ ਪਿਆਰ ਨਾ ਕੀਤਾ, ਜਿਸ ਨੇ ਤੈਨੂੰ ਇੰਨੇ ਸੁੱਖ, ਇੰਨੀ ਸੰਪत्ति, ਕਈ ਤਰ੍ਹਾਂ ਦਾ ਸਹਾਰਾ ਦਿੱਤਾ ਹੈ, ਤੇ ਫਿਰ ਤੂੰ ਰੱਬ ਦੇ ਘਰ ਵਿੱਚ ਬਾਵਰਾ ਗਿਣਿਆ ਜਾਏਗਾ। ਬਾਵਰੇ ਦੇ ਅਰਥ ਨੇ ਕਮਲਾ, ਔਰ ਡੋਲਣ ਤੋਂ ਬਿਨਾਂ ਤੇਰੇ ਪੱਲੇ ਕੁਝ ਨਹੀਂ ਰਹੇਗਾ, ਕਿਉਂਕਿ ਪਦਾਰਥ ਦੇ ਨਾਲ ਚਿੱਤ ਜੋੜਨ ਕਰਕੇ ਮਨ ਦੀ ਸਥਿਰਤਾ ਨਹੀਂ। ਜਿਵੇਂ ਦਾ ਸੁਭਾਅ ਇਹਨਾਂ ਪਦਾਰਥਾਂ ਦਾ ਹੈ, ਜਿਹੜਾ ਇਹਨਾਂ ਪਦਾਰਥਾਂ ਨਾਲ ਪਿਆਰ ਕਰਦਾ ਹੈ, ਉਸ ਪਦਾਰਥ ਦਾ ਸੁਭਾਅ ਪਦਾਰਥ ਦੇ ਪ੍ਰੇਮੀ ਵਿੱਚ ਸਮਾ ਜਾਂਦਾ ਹੈ। ਨਾ ਇਹ ਸੰਸਾਰ ਦੇ ਪਦਾਰਥ ਜਿਹਦੇ ਵਿੱਚ ਤਨ, ਜਿਹਦੇ ਵਿੱਚ ਧਨ ਔਰ ਧਾਮ, ਹੋਰ ਵੀ ਕਈ ਪ੍ਰਕਾਰ ਦੇ ਸੁੱਖ ਨੇ, ਨਾ ਤੇ ਇਹ ਕਦੀ ਸਥਿਰ, ਕਦੀ ਟਿਕਦੇ ਨੇ, ਔਰ ਨਾ ਕਦੀ ਕਿਸੇ ਨੂੰ ਰਜਾ ਹੀ ਸਕੇ ਨੇ। ਜਦੋਂ ਇਹਨਾਂ ਦਾ ਸੁਭਾਅ ਹੀ, ਇਹਨਾਂ ਦੀ ਉਮਰ ਹੀ ਬੜੀ ਘੱਟ ਹੈ, ਤੇ ਫਿਰ ਜਿਹੜਾ ਇਹਨਾਂ ਨਾਲ ਪਿਆਰ ਕਰੇਗਾ ਉਹਨੂੰ ਭਲਾ ਤ੍ਰਿਪਤੀ ਕਿੱਥੋਂ ਆਏਗੀ? ਉਸ ਨੂੰ ਟਿਕਾ ਕਿਵੇਂ ਮਿਲੇਗਾ? ਸਤਿਗੁਰੂ ਨੇ ਆਸਾ ਦੀ ਵਾਰ ਵਿੱਚ ਬਚਨ ਕੀਤੇ ਨੇ, ਕਹਿੰਦੇ ਨੇ ਸੰਸਾਰ ਵਿੱਚ ਵੇਖੀਏ ਸਭ ਕੁਝ ਕੂੜ ਹੈ, ਝੂਠਾ ਹੈ, ਪਰ ਝੂਠ ਮਿੱਠਾ ਬੜਾ ਹੈ। ਮਿੱਠਾ ਵੀ ਇੰਨਾ, ਕਹਿੰਦੇ ਮਾਖਿਓਂ ਤੋਂ ਵੀ ਮਿੱਠਾ ਹੈ। ਤੁਸੀਂ ਬਾਣੀ ਵਿੱਚ ਕਈ ਵਾਰੀ ਸੁਣਿਆ ਹੋਵੇਗਾ, ਆਸਾ ਦੀ ਵਾਰ ਵਿੱਚ ਸਾਹਿਬ ਕਹਿੰਦੇ ਨੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਕਿੰਨੀਆਂ ਸੰਸਾਰ ਦੀਆਂ ਚੀਜ਼ਾਂ ਇਸ ਸ਼ਲੋਕ ਵਿੱਚ ਗਿਣੀਆਂ, ਤੇ ਉਹਨਾਂ ਸਾਰੀਆਂ ਨੂੰ ਕੂੜ ਕਿਹਾ ਹੈ। ਕੂੜ ਦਾ ਮਤਲਬ ਹੈ ਕੂੜਾ, ਕੂੜੇ ਦਾ ਮਤਲਬ ਹੈ ਝੂਠਾ, ਝੂਠੇ ਦਾ ਭਾਵ ਹੈ ਜਿਸ ਦਾ ਨਾਸ਼ ਹੋ ਜਾਏ। ਭਾਵੇਂ ਕਿ ਪਦਾਰਥ ਇੱਥੇ ਰਹਿੰਦਾ ਹੈ, ਇੱਕ ਮਨੁੱਖ ਨੇ ਆਪਣੀ ਸਾਰੀ ਜ਼ਿੰਦਗੀ ਲਗਾ ਕੇ ਦਿਨ ਰਾਤ ਆਪਣੀ ਜੀਵਨ ਦੀ ਸ਼ਕਤੀ ਤੋਂ ਆਊਟ ਆਫ ਰੇਂਜ ਬਾਹਰ ਜਾ ਕੇ ਵੀ ਕੰਮ ਕਰੇ, ਦਿਨ ਰਾਤ ਥਕੇਵੇਂ ਵਿੱਚ ਕੰਮ ਕਰੇ, ਨੀਂਦ ਵਿੱਚ ਕੰਮ ਕਰੇ, ਸੰਸਾਰ ਦੇ ਸੰਬੰਧਾਂ ਨੂੰ ਭੁਲਾ ਕੇ ਦੌੜਿਆ ਫਿਰੇ,
धर्म की गल सुनने वास्ते जिन्हों टाइम नहीं मिलता, दिन रात जिन्हें सारी जिंदगी ला दी, पदार्थ इकट्ठा हो गया, पदार्थ के ढेर लगे पे ने ते मनुख इथों चला जाता, कूच कर जाता है। इस तरह का ये संसार का एक नक्शा है, संसार की एक धारणा है। सतगुरु ने बाणी विच कहा, कूड़ मिठा कूड़ माखियों, कूड़ डोबे पूर। माखियों मिठा बड़ा है, मक्खी उस माखियों के उत्ते बैठती है, उन्होंने खाण लग पैंदी है। खांदियां खांदियां उन्होंने भुल जाता है भी इहदे उत्ते बैठना मेरी मौत का कारण बनेगा, क्योंकि वो जिहड़े खंभ ने जिन्हां नाल उड़ान भरनी है उस माखियों के लगन करके नाल चिपक गए। हुण उड़ना चाहुंदी है तो उड्डिया नहीं जाता, विचों निकलिया नहीं जाता। पदार्थ है ही इस तरह का। दो चीज़ां साडे सामने गुरबाणी विच दो वस्तुआं आउंदियां ने, परमात्मा ते पदार्थ। एक पदार्थ है, एक परमात्मा है। जे वखरा वेखीए, पदार्थ वखरा लगता है, परमात्मा का नाम वखरा लगता है, पर असल विच पदार्थ जिहड़ा है परमात्मा के नाम की ही एक उपज है। ਉਹਦੇ ਵਿੱਚੋਂ ਹੀ सारा पदार्थ बनया ते ਉਹਦਾ ही एक हिस्सा है, ਉਹਦੇ ਵਿੱਚੋਂ ही आया है। इसलिए ਜਿਹੜੇ नाम ਦੇ ਰਾਹੀਂ पदार्थ विच गए ने, नाम ਦੇ ਰਾਹੀਂ माया विच गए ने, ਉਹਨਾਂ ਤੇ माया प्रभावी नहीं, ना दुखदाई है। ਜਿਹੜੇ ਪਹਿਲਾਂ पदार्थ विच डिग पए ते बाद विच ਉਹਦੇ विच फस के उन्होंने नाम वाल जुड़न की कोशिश की, जुड़ना बहुत औखा हो गया, उत्थों निकल नहीं सकते। इस करके सतगुरु ने ये बचन कीते ने कि उस परमात्मा नूं चेते कर जिन्हें तेनू इन्ने सुख दिते, इन्ना तेरा प्रबंध किया, उपराला किया। इन्हां विच सब तो पहला जिहड़ी दात परमात्मा ने सानू दिती, क्योंकि दाते नूं कादर नूं वेखण वास्ते हर एक धर्मी मनुख गल ते जरूर करदा है। पहली गल परमात्मा की गल संसार विच आदि काल तो चल रही है, शुरू तो चलदी है, पर बहुत घट लोग ने जिहड़े उहदे नाल संपर्क कर सकते हैं। पहली गल तो उन्हां नूं रस्ता ही ठीक नहीं मिलता, ते जदों रस्ता ठीक नहीं मिलता, सहजे सहजे परमात्मा की कहानी केवल कथावां विच, केवल कीर्तन विच, केवल वारां दे विच, स्टेजां ते गाई जान लगदी है। बंदे दे जीवन विच परमात्मा दा प्यार अधूरा रह जाता है, क्योंकि ਉਹਨੂੰ उस रस्ते दे उत्ते तुरन वास्ते साफ दरवाजे नहीं लभदे। किहड़े पासे तुरां, औखा बड़ा। जे ज्ञान वालियां नूं पुछो, वो कहणगे परमात्मा निराकार है, ਉਹਦਾ कोई आकार नहीं, आकार तो रहत है परमात्मा, उसका कोई भी आकार नहीं है, निराकार वैगुरु है। जे दूजे पासे जाओ तो जिहड़े भावक लोग ने वो कहते हैं परमात्मा आकार वाला है, तो जदों आकार बारे बंदा सोचता है, ਉਹਦੇ ਵਿੱਚੋਂ दिमाग दियां अपनियां घाड़तां बना के, अपनियां मूर्तां बना के अपने रब पैदा कर लैंदा है। औखा बहुत है। गुरबाणी विच भी इन्हां दोवां रूपां दा जिक्र कीता गया, निराकार ते आकार वाला परमात्मा, दोवां दा वर्णन किया। कलगियां वाले ने कहा ਉਹਦਾ कोई चक्कर नहीं, ਉਹਦਾ कोई चिन्ह नहीं, ਉਹਦੇ कोई पैर नहीं, ते दूसरे पासे नाल ही क्या ਉਹਦਾ नक भी है, ਉਹਦਾ मूँह भी है, ਉਹਦਾ शरीर भी है, ਉਹਦਾ देह भी है। एक थां ते सच्चे पातशाह गुरु नानक देव जी ने इन्हां दोवां चीज़ां नूं मिक्स कर दिता, इकट्ठे ही बना दिता, क्योंकि ये धार्मिक जिन्हां ने उस परमात्मा की प्रतीति की है, ਉਹਦੇ ਚਰਨਾਂ ਨਾਲ जुड़े ने, ਉਹਨਾਂ वास्ते ये बहुत कठिन हो जाता है कि वो परमात्मा की व्याख्या दिस दे रूप विच करन कि अणदिस दे रूप विच करन। क्योंकि जे कहंदे ने वो कला ज्ञान नाल अणदिसदा है, दिसन विच नहीं आउंदा, ते एक आम बंदे की पकड़ विच नहीं आउंदा, करे की अणदिसदे नूं, उहनूं दिसदा नहीं, वो भटकदा रहिंदा, आकाश विच तलवारां मारदा रहिंदा, हत्थ कुछ भी नहीं आउंदा। जे दूसरे पासे ये गल कहंदे ने कि परमात्मा मूर्तिमान है, ਉਹਦੀ एक तस्वीर भी है, ਉਹਦਾ शरीर भी है, ते शरीर की दुनिया विच फस के
ਮੂਰਤੀਆਂ ਦੀ ਦੁਨੀਆ ਵਿੱਚ ਫਸ ਕੇ ਉਹ ਅਕਾਲ ਪੁਰਖ ਅੰਦਰੋਂ ਨਿਕਲ ਜਾਂਦਾ ਹੈ, ਉਹ ਵੀ ਧਾਰਮਿਕ ਬੰਦਾ ਅਧੂਰਾ ਰਹਿ ਜਾਂਦਾ ਹੈ। ਗੁਰੂ ਸਾਹਿਬ ਨੇ ਦੋਵਾਂ ਨੂੰ ਇਕੱਠਾ ਕਰ ਦਿੱਤਾ। ਇਸ ਕਰਕੇ ਮੂਲ ਮੰਤਰ ਅੰਦਰ ਪਰਮਾਤਮਾ ਦਾ ਇੱਕ ਸਰੂਪ ਦੱਸਿਆ, ਜਿਹਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇੱਕ ਪਾਸੇ ਕਹਿੰਦੇ ਅਕਾਲ ਤੇ ਦੂਸਰੇ ਪਾਸੇ ਕਹਿੰਦੇ ਮੂਰਤ। ਮੂਰਤ ਦੇ ਤੱਤੇ ਨੂੰ ਸਿਹਾਰੀ ਹੈ। ਮੂਰਤ ਦਾ ਅਰਥ ਹੈ ਮੂਰਤੀ, ਤਸਵੀਰ। ਉਹਦੀ ਇੱਕ ਤਸਵੀਰ ਵੀ ਹੈ। ਦੋਵੇਂ ਇਕੱਠੇ ਕਰਨੇ ਪਏ, ਮਜਬੂਰੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਥਾਵਾਂ ਤੇ ਆਇਆ ਹੈ। ਇੱਕੋ ਸ਼ਬਦ ਦੇ ਵਿੱਚ ਪਰਮਾਤਮਾ ਨੂੰ ਮੂਰਤੀਮਾਨ ਵੀ ਕੀਤਾ ਹੈ, ਉਹਦੀ ਤਸਵੀਰ ਵੀ ਦੱਸੀ, ਉਹਦਾ ਸਰੀਰ ਵੀ ਦੱਸਿਆ, ਉਹਦੀਆਂ ਅੱਖਾਂ ਵੀ, ਉਹਦੇ ਪੈਰ, ਹੱਥ, ਨੱਕ, ਸਭ ਕੁਝ ਕਿਹਾ। ਨਾਲ ਹੀ ਕਿਹਾ ਵੀ ਨਿਰਾਕਾਰ, ਅਕਾਲ ਦਿਸਣ ਵਿੱਚ ਨਹੀਂ ਆਉਂਦਾ। ਆ ਕੀਰਤਨ ਸੋਹਲੇ ਦੀ ਬਾਣੀ ਗੌੜੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਨੇ ਦੋਵਾਂ ਨੂੰ ਇੱਕੋ ਥਾਂ ਤੇ ਇਕੱਠੇ ਕਰ ਦਿੱਤਾ, ਕਿਉਂਕਿ ਇਹਨਾਂ ਦੋਵਾਂ ਨੂੰ ਨਾਲ ਲੈ ਕੇ ਤੁਰਨਾ ਪਏਗਾ। ਸਾਹਿਬ ਦੇ ਬਚਨ ਨੇ ਸਹਿਸ ਤਵ ਨੈਣ, ਨੈਣ ਕਹਿੰਦੇ ਨੇ ਅੱਖਾਂ ਨੂੰ। ਹੇ ਪ੍ਰਮਾਤਮਾ, ਹੇ ਪ੍ਰਭੂ, ਤੇਰੀਆਂ ਹਜ਼ਾਰਾਂ ਹੀ ਅੱਖਾਂ ਨੇ। ਨਨ ਨੈਣ ਹੈ ਤੋਹੇ ਕੋ। ਜਦੋਂ ਕਿਹਾ ਵੀ ਤੇਰੀਆਂ ਹਜ਼ਾਰਾਂ ਅੱਖਾਂ ਨੇ, ਨਾਲ ਦੱਸਣ ਵਾਲੇ ਨੂੰ ਜ਼ਰੂਰ ਸ਼ੰਕਾ ਜਾਗਿਆ, ਕਿਤੇ ਅੱਖਾਂ ਵਾਲਿਆਂ ਨਾਲ ਸਨੇਹ ਕਰਕੇ ਰੱਬ ਨੂੰ ਮਨੁੱਖ ਭੁੱਲ ਹੀ ਜਾਏ। ਇਸ ਕਰਕੇ ਨਾਲ ਕਹਿਣਾ ਪਿਆ, ਤੇਰੀ ਕੋਈ ਵੀ ਅੱਖ ਨਹੀਂ ਹੈ। ਇੱਕ ਪਾਸੇ ਕਿਹਾ ਹਜ਼ਾਰਾਂ ਅੱਖਾਂ ਤੇਰੀਆਂ, ਇੱਕ ਪਾਸੇ ਕਿਹਾ ਤੇਰੀ ਇੱਕ ਵੀ ਅੱਖ ਨਹੀਂ। ਸਹਿਸ ਤਵ ਨੈਣ, ਨਨ ਨੈਣ ਹੈ ਤੋਹੇ ਕੋ। ਸਹਿਸ ਮੂਰਤ ਨਨਾ ਇੱਕ ਤੋਹੀ। ਹਜ਼ਾਰਾਂ ਤੇਰੀਆਂ ਮੂਰਤਾਂ ਨੇ, ਪਰ ਤੇਰੀ ਕੋਈ ਵੀ ਮੂਰਤ ਨਹੀਂ ਹੈ। ਸਹਿਸ ਤਵ ਨੈਣ, ਨਨ ਨੈਣ ਹੈ ਤੋਹੇ ਕੋ। ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਇਵ ਚਲਤ ਮੋਹੀ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ, ਤੇਰੇ ਪੈਰ ਹਜ਼ਾਰਾਂ ਨੇ, ਹਜ਼ਾਰਾਂ ਪੈਰਾਂ ਨਾਲ ਤੂੰ ਤੁਰਨਾ, ਪਰ ਤੇਰਾ ਕੋਈ ਪੈਰ ਨਹੀਂ। ਹਜ਼ਾਰਾਂ ਤੇਰੀ ਨਾਸਿਕਾ ਹੈ, ਤੇਰੇ ਨੱਕ ਨੇ, ਪਰ ਤੇਰੀ ਕੋਈ ਵੀ ਨੱਕ ਨਹੀਂ ਹੈ। ਕੋਈ ਤੇਰੀ ਗੰਧ ਲੈਣ ਵਾਲਾ ਇੰਦਰ ਹੀ ਨਹੀਂ ਹੈ। ਇਵ ਚਲਤ ਮੋਹੀ। ਸਾਹਿਬ ਕਹਿੰਦੇ, ਮੈਂ ਇਸ ਕਰਕੇ ਤੇਰੇ ਵੱਲੋਂ ਵੇਖ ਕੇ ਮੋਹਿਆ ਗਿਆ। ਤੂੰ ਕਿਵੇਂ ਦਾ ਇੱਕ ਪਾਸੇ ਰੂਪਮਾਨ ਹੋਇਆ ਬੈਠਾ ਹੈ, ਇੱਕ ਪਾਸੇ ਅਰੂਪ ਹੈ। ਦੋਵਾਂ ਪਾਸੇ ਤੈਨੂੰ ਵੇਖਣਾ, ਤਾਂ ਹੀ ਕਹਿਣਾ ਪਿਆ ਗੁਰੂ ਅਰਜਨ ਦੇਵ ਜੀ ਨੂੰ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰਜਾਮੀ। ਦੋਵਾਂ ਸਿਰਿਆਂ ਦਾ ਮਾਲਕ ਹੈ, ਦਿਸਣ ਵਾਲੇ ਦੇ ਵਿੱਚ ਹੈ, ਉਹ ਵੀ ਉਹਦਾ ਹੀ ਰੂਪ ਹੈ। ਇਸ ਮਟੀਰੀਅਲ ਨੂੰ, ਇਸ ਪਦਾਰਥ ਨੂੰ, ਇਹਨਾਂ ਸਰੀਰ ਧਾਰੀਆਂ ਨੂੰ, ਇਸ ਬਨਸਪਤੀ ਦੇ ਵਿੱਚ ਉਹ ਹੀ ਤੇ ਬੈਠ ਕੇ ਖਿੜਦਾ ਪਿਆ। ਇਹ ਰੂਪ ਦੱਸੇ ਪਰਮਾਤਮਾ ਦੇ, ਤਾਂ ਕਿ ਸੌਖਾ ਹੋ ਜਾਏ, ਮਨੁੱਖ ਦਾ ਰਸਤਾ ਬਣੇ, ਉਹ ਕਿਸੇ ਦਾ ਧਿਆਨ ਕਰ ਸਕੇ, ਕਿਸੇ ਨਾਲ ਪ੍ਰੇਮ ਕਰ ਸਕੇ। ਤਾਂ ਸਤਿਗੁਰੂ ਨੇ ਦੋਵਾਂ ਨੂੰ ਇਕੱਠੇ ਕਰ ਦਿੱਤਾ, ਇੱਕੋ ਥਾਂ ਤੇ ਖੜਾ ਕਰ ਦਿੱਤਾ। ਇਸ ਕਰਕੇ ਕਹਿੰਦੇ ਨੇ, ਗੁਰਬਾਣੀ ਦੇ ਵਿੱਚ ਕਾਦਰ ਨੂੰ ਵੇਖਣ ਤੋਂ ਪਹਿਲਾਂ ਕੁਦਰਤ ਦੀ ਗੱਲ ਆਉਂਦੀ ਹੈ। ਕੁਦਰਤ ਦੇ ਵਿੱਚ ਉਹ ਵਸਿਆ ਹੋਇਆ। ਅੱਜ ਦੇ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਨੇ, ਪਦਾਰਥ ਵਿੱਚੋਂ ਉਸ ਨੂੰ ਲੱਭ। ਬੜਾ ਅਨੋਖਾ ਪ੍ਰਯੋਗ, ਅਨੋਖਾ ਵੀ ਹੈ, ਔਖਾ ਵੀ ਹੈ, ਪਰ ਹੈ ਇਹ ਹੀ ਕੰਮ ਦੇਣ ਵਾਲਾ। ਗੁਰੂ ਸਾਹਿਬ ਕਹਿ ਰਹੇ ਨੇ ਨਾ, ਤਨ ਵਿੱਚ ਵੇਖ ਆਪਣੇ ਵਿੱਚ। ਤਨ ਪਦਾਰਥ ਹੈ। ਸਰੀਰ ਵੱਲ ਅਸੀਂ ਵੇਖਨੇ ਆ, ਤੇ ਜਦੋਂ ਸਰੀਰ ਦੇ ਅੰਦਰ ਝਾਤੀ ਮਾਰੀਏ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਤਨ ਤੈਨੂੰ ਉਹਨੇ ਦਿੱਤਾ ਹੈ ਤੇ ਤਨ ਦੇ ਵਿੱਚ ਸਮਾਇਆ ਹੋਇਆ, ਤੇਰੇ ਸਰੀਰ ਵਿੱਚ ਬੈਠਾ ਹੈ। ਉਹ ਕਰਤਾ ਵੀ ਹੈ ਤੇ ਭੁਗਤਾ ਵੀ ਹੈ, ਵਿੱਚ ਦੇਣ ਵਾਲਾ ਵੀ ਹੈ। ਸਰੀਰ ਬਣਾਇਆ ਵੀ ਉਹਨੇ ਤੇ ਆਪ ਵੀ ਵਿੱਚ ਬੈਠ ਗਿਆ। ਉਹਨੂੰ ਆਪਣੇ ਸਰੀਰ ਵਿੱਚੋਂ ਲੱਭ। ਹੁਣ ਜਦੋਂ ਅਸੀਂ ਆਪਣੇ ਸਰੀਰ ਵਿੱਚ ਝਾਤੀ ਮਾਰਨੇ ਆ, ਇਹਦੇ ਵਿੱਚ ਕੁਝ ਨਹੀਂ ਦਿਸਦਾ ਸਾਨੂੰ। ਇਹਦੇ ਵਿੱਚ ਸਾਨੂੰ ਵੈਸੇ ਤੇ ਸਰੀਰ ਆਪਣਾ ਬੰਦੇ ਨੂੰ ਆਪ ਦਿਸਦਾ ਹੀ ਨਹੀਂ, ਤਾਂ ਹੀ ਤੇ ਸ਼ੀਸ਼ਾ ਇਜਾਦ ਕੀਤਾ ਬੰਦੇ ਨੇ। ਸ਼ੀਸ਼ਾ ਬਣਾਇਆ ਇਸ ਧਰਤੀ ਤੇ ਆਪਣਾ ਚਿਹਰਾ ਵੇਖਣ ਵਾਸਤੇ। ਫਿਰ ਅਸੀਂ ਆਪਣੀ ਫੋਟੋ ਖਿਚਵਾਉਂਦੇ ਆ, ਫਿਰ ਚੰਗੀ ਤਰ੍ਹਾਂ ਉਹਨੂੰ ਵੇਖਦੇ ਆ ਕਿਵੇਂ ਦਾ ਨੈਣ ਨਕਸ਼ ਹੈ। ਆਪਣਾ ਸਰੀਰ ਸਾਨੂੰ ਆਪ ਨਹੀਂ ਦਿਸਦਾ, ਦੂਸਰੇ ਸਰੀਰ ਦਿਸਦੇ ਨੇ। ਆਪਣਾ ਸਰੀਰ ਨਜ਼ਰ ਨਹੀਂ ਆਉਂਦਾ, ਪਰ ਸਰੀਰ ਦੇ ਵਿਚਲੀਆਂ ਜਿਹੜੀਆਂ ਕਿਰਿਆਵਾਂ ਨੇ ਉਹ ਸਾਨੂੰ ਕੁਝ ਨਜ਼ਰ ਆਉਂਦੀਆਂ ਨੇ। ਸਾਨੂੰ ਅੱਜ ਤੱਕ ਇਸ ਤਨ ਦੇ ਵਿੱਚੋਂ ਕੀ ਲੱਭਾ ਹੈ, ਜੋ ਕੁਝ ਅਸੀਂ ਇਹਦੇ ਵਿੱਚੋਂ ਖੋਜਿਆ ਉਹ ਹੀ ਸਾਨੂੰ ਮਿਲੇਗਾ।
दूसरी चीज नहीं मिलेगी। तन परमात्मा ने दिता है। गुरु साहब ने पहला बचन किया तन, तन दिता तेनू उन्हें, शरीर दिता है। इनू शरीर नू चंगी तरह होश नाल वेख, इहदे विच की है, इहदे विचों तेनू लभ पाएगा, होर कितों लभण दी लोड़ नहीं। हजूर कहंदे ने अपने चलदे होए सवासां नू वेख, इन्हां सवासां दे विच कौन चल रहा है। असीं कहांगे सवास मैं लै रहा, मैं खिचना, मैं छड्डदा हां, सवास आउंदे ने, ये मेरा कर्म है। सवास लैना बंदे दा कर्म नहीं है। सवास लैना मनुख दी अपनी कोई भी काढ़ नहीं। सवास कुदरती है, सवास परमात्मा द्वारा है, मनुख नहीं लै रहा। क्योंकि जे मनुख सवास लैंदा होवे ते साध संगत जदों बंदा नींद विच चला जाता है, और रात सौ के उठदा है, कई घंटे सुता रहिंदा है, ते उस नींद दे अंदर मनुख किहड़ा सवास लैंदा, किहड़ा उहनूं पता लगदा मैं सवास लैणा कि नहीं। वो कोई होर दवा रहा, सवास अंदर दवाई जा रहा। इस करके सब तो पहली दात सवास है, जिहड़ी निरंतर ही अपने आप बंदे दे यतन तो बिना भी चलदी है। शरीर दीयां होर क्रियावां ने, अजे उन्हां विच इन्ना असीं नहीं वेख सकते कि परमात्मा कर रहा है। थोड़ा जिहा ओला है, बंदा अख खोले तां दिसदा, अख बंद करे तां नहीं दिसदा। सिर्फ तन दे उत्ते थोड़ी जी बेनती करां, क्योंकि इन्हां शब्दां दे विच बंदे नूं मिलियां होईयां दातां वल गुरु साहब ने झाती पवाई है। कई बारी इन्ना सोहना शरीर मिलिया हुंदा है ते असीं कह दिंदे आ साडे कोल ही कुछ नहीं, सानूं रब ने दिता ही कुछ नहीं, करिए कि, किस्मत विच कुछ नहीं लिखिया। गुरु ग्रंथ साहिब पातशाह जी नूं पुछिए ते साहब कहंदे ने सब तो वड्डी किस्मत, सब तो वड्डे भाग आ जिहड़ा तैनूं तन मिल गया है, ये छोटी जी किस्मत नहीं, इहदे तो अगे ते कख भी नहीं है। बाकी चीज़ां ते कोई किस्मत वालियां है नहीं। शरीर सब तो वड्डे भाग ने। बाणी दे अनेक शब्द पढ़ के वेखो, आ छोटा जिहा शब्द पढ़िए जिहड़ा प्रचलित है, गुरु अर्जन देव जी की बाणी है। साहब कहते हैं भई प्राप्त मानुख दे होरिया। प्राप्त दे अर्थ ने प्राप्ति बड़ी वड्डी, बड़े बड़े भाग ने, ये भाग तो बिना प्राप्त ही नहीं है। होर थावां ते बचन आए, गुर सेवा ते भगत कमाई, तब ये मानस दे ही पाई। शरीर बड़ा कीमती है, और बड़े ही बड़े मानस जन्म पुण्य फल पायो। वेखो गुरु साहब होर कह रहे ने, ज्योतिषी होर कह रहा है, फर्क बड़ा है। हथ वेखण वाला होर कहंदा है, वो हथ दे उत्ते लकीर वेंदा ते कहंदा तेरे भाग विच कुछ नहीं, माया आई पर चली गई, तू गरीब हो गया। सच्चे पातशाह कहंदे ने हथ वेखण वालिया तू इनू ये भी दस दे हथ किन्ने बनाया, किन्ना कीमती, जिहदे उत्ते तू वेखी जाना। हथ ते है ना, जिन्हें हथ बनाया उन्हें किस्मत भी बनाई है। ते किसे ने तां ही बहुत सुंदर बचन कीते ने, कहन लगे लकीरां नाल किस्मत दा संबंध नहीं, ਉਹ ਤੇ किस्मत दी परछावां है। किस्मत ते उन्हां दी भी हुंदी है जिन्हां दे हथ भी कोई नहीं हुंदे। एक बंदे दा हथ ना होवे, किस्मत ते उन्हां दी भी है, भाग ते उन्हां दे भी ने। इस करके सब तो वड्डी नियामत मनुख दा तन है, ਉਹਦਾ शरीर ਉਹਨੂੰ मिलिया। ਇਹਦੇ ਤੋਂ ਅੱਗੇ ਇਹਦੇ ਇੱਕ ਇੱਕ ਇੰਦਰਾ बड़ा कीमती है। एक एक शरीर दा अंग अख है, अख बड़ी कीमती है, अख विच वेखण दी शक्ति है। कंन ने कन्नां दे विच सुणन दी स्रोत शक्ति पाई, परमात्मा ने बड़ी कीमती है। रसना है, रसना बोलदी है। ਇਹਦੇ अंदर दिमाग पाया है, दिमाग सारे ही शरीर का कंट्रोल रखता है। हर एक इंद्रे का एक एक अंग नूं पकड़ के रखता है, चलाउंदा है। किसी नूं बंद करना है, किसी नूं चलाउणा है, अख खोलनी है कि बंद करनी है, कंन सुनन लई लाउणे ने कि नहीं लाउणे। ये किन्नियां अमोलक दातां ने, पर ये कदों दिसणगियां? सच्चे पातशाह गुरु तेग बहादुर साहब कहंदे ने, तन धन जे तो कहो दियो तां स्यो नेहो ना कीन। ਉਹਨੂੰ ਸਿਮਰਨ, ਉਹਦਾ ਨਾਮ ਜਪ।
ਤੈਨੂੰ ਇਹਦੇ ਵਿੱਚੋਂ ਹੀ ਬੜਾ ਕੁਝ ਦਿਸਣਾ ਸ਼ੁਰੂ ਹੋ ਜਾਏਗਾ। ਬਾਹਰ ਜਾਣ ਦੀ ਤੇ ਲੋੜ ਹੀ ਨਹੀਂ, ਤੂੰ ਤੇ ਬਾਦਸ਼ਾਹ ਹੈ। ਤੇਰੇ ਕੋਲ ਤੇ ਬੜੀ ਵੱਡੀ ਦਾਤ ਹੈ। ਸਰੀਰ ਦੇ ਵਿੱਚ ਝਾਤੀ ਪਾਏਗਾ, ਇਹ ਹੀਰਿਆਂ ਤੇ ਜਵਾਹਰਾਤਾਂ ਦੀ ਖਾਣ ਦਿਸਣੀ ਸ਼ੁਰੂ ਹੋ ਜਾਏਗੀ। ਇਸ ਲਈ ਉਹ ਬੇਪਰਵਾਹ ਹੋ ਗਏ। ਉਹਨਾਂ ਦਾ ਝੋਰਾ ਖਤਮ ਹੋ ਗਿਆ ਜਿਹੜੇ ਨਾਮ ਨਾਲ ਜੁੜੇ। ਜਿਨ੍ਹਾਂ ਨੇ ਨਾਮ ਨਾਲ ਸੁਰਤ ਜੋੜੀ, ਉਹਨਾਂ ਆਪਣੇ ਸਰੀਰ ਵੱਲ ਹੀ ਵੇਖਿਆ ਤੇ ਇੰਨੇ ਧੰਨਵਾਦ ਵਿੱਚ ਭਰੇ ਗਏ, ਇੰਨੇ ਸਬਰ ਵਿੱਚ ਭਰੇ ਗਏ ਕਿ ਪਰਤ ਕੇ ਉਲਾਮਾ ਦੇਣ ਦੀ ਗੁੰਜਾਇਸ਼ ਹੀ ਨਾ ਰਹੀ ਵੀ ਮੇਰੇ ਕੋਲ ਕੁਝ ਨਹੀਂ ਹੈ। ਇੱਕ ਬਾਦਸ਼ਾਹਤ ਮਿਲੀ ਉਹਨਾਂ ਨੂੰ ਨਾਮ ਦੇ ਵਿੱਚੋਂ, ਤ੍ਰਿਪਤੀ ਆ ਗਈ ਤੇ ਹੀਰਿਆਂ ਦੀ ਖਾਣ ਉਹਨੂੰ ਅੰਦਰੋਂ ਮਿਲ ਗਈ। ਸਰੀਰ ਦੀਆਂ ਦਾਤਾਂ ਵੱਲ ਧਿਆਨ ਪੈਂਦਿਆਂ ਸਾਰ ਉਹਦਾ ਮਨ ਧੰਨਵਾਦ ਨਾਲ ਭਰਿਆ ਗਿਆ। ਇਸ ਕਰਕੇ ਕਹਿ ਰਹੇ ਨੇ ਕਿ ਸਰੀਰ ਵੱਲ ਝਾਤੀ ਪਾ, ਬੜੀ ਵੱਡੀ ਦਾਤ ਹੈ। ਸਰੀਰ ਅਮੋਲਕ ਹੈ। ਜਪਜੀ ਸਾਹਿਬ ਦੇ ਵਿੱਚ ਇਹ ਅਮੁੱਲਤਾ ਦਾ ਜਿਹੜਾ ਜ਼ਿਕਰ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੀਤਾ। ਸਾਹਿਬ ਕਹਿੰਦੇ ਨੇ ਅਮੁੱਲ ਗੁਣ, ਕਿੰਨਾ ਕੁਝ ਅਮੁੱਲ ਹੈ ਜੋ ਮੁੱਲ ਤੋਂ ਰਹਿਤ ਤੇ ਮਨੁੱਖ ਦੀ ਦੇਹ ਦੇ ਵਿੱਚ, ਇਹਦੇ ਜੀਵਨ ਦੇ ਵਿੱਚ, ਪਰ ਕਦੀ ਜਾਗ ਕੇ ਪਰਤ ਕੇ ਵੇਖਦਾ ਨਹੀਂ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਤੇਰੇ ਜੀਵਨ ਦੇ ਵਿੱਚ ਅਮੁੱਲ ਹੀ ਖਜ਼ਾਨੇ ਪਏ ਹੋਏ ਨੇ ਤੇ ਜਦੋਂ ਤੂੰ ਉਹਨਾਂ ਦਾ ਵਪਾਰ ਕਰੇਗਾ ਉਹ ਅਮੁੱਲ ਵਸਤੂ ਤੇਰੇ ਜੀਵਨ ਵਿੱਚ ਪ੍ਰਗਟ ਹੋ ਜਾਏਗੀ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ। ਜਿਨ੍ਹਾਂ ਨੇ ਇਸ ਜੀਵਨ ਰੂਪੀ ਹੀਰੇ ਦਾ ਵਪਾਰ ਕੀਤਾ ਹੈ, ਗੁਰੂ ਦੇ ਦੱਸੇ ਮਾਰਗ ਤੇ ਤੁਰ ਕੇ ਜਿਨ੍ਹਾਂ ਨੇ ਇਸ ਨਾਮ ਦੇ ਧਨ ਨੂੰ ਖਰੀਦਿਆ, ਉਹ ਆਪ ਵੀ ਅਮੁੱਲ ਹੋ ਗਏ। ਜੀਵਨ ਹੀ ਬਦਲ ਗਿਆ। ਜਨਮੇ ਸਨ ਇਸੇ ਤਰ੍ਹਾਂ ਸੰਸਾਰੀਆਂ ਵਾਂਗ ਕਿਸੇ ਮਾਤਾ ਪਿਤਾ ਦੇ ਘਰ, ਪਰ ਅਮੁੱਲ ਵਸਤੂ ਉਹਨਾਂ ਨੂੰ ਆਪਣੇ ਹੀ ਜੀਵਨ ਵਿੱਚੋਂ ਲੱਭ ਗਈ। ਗੁਰੂ ਨੇ ਦਿਖਾ ਦਿੱਤੀ, ਰਸਤਾ ਦੱਸ ਦਿੱਤਾ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਤੇ ਫਿਰ ਉਹਨਾਂ ਕੋਲ ਇੱਕ ਅਮੋਲਕ ਭੰਡਾਰਾ ਇਕੱਠਾ ਹੋ ਜਾਂਦਾ ਹੈ। ਅਮੋਲਕ ਪੂੰਜੀ ਇਕੱਠੀ ਹੋ ਗਈ। ਬਾਦਸ਼ਾਹ ਬਣ ਗਏ, ਵੰਡਣ ਵਾਲੇ ਬਣ ਗਏ, ਦਾਤੇ ਬਣ ਗਏ। ਜਿਹੜਾ ਸ਼ਰਧਾ ਨਾਲ ਐਸੇ ਲੋਕਾਂ ਦੇ ਕੋਲੋਂ ਦੀ ਗੁਜ਼ਰਿਆ, ਉਹਨਾਂ ਦੇ ਕਈ ਜਨਮਾਂ ਦੀਆਂ ਭੁੱਖਾਂ, ਕਈ ਜਨਮਾਂ ਦੇ ਦੁੱਖ ਇੱਕ ਪਲ ਵਿੱਚ ਨਾਸ਼ ਹੋ ਗਏ, ਕਿਉਂਕਿ ਉਹਨਾਂ ਕੋਲ ਇੰਨਾ ਖਜ਼ਾਨਾ ਸੀ, ਇੰਨਾ ਨਾਮ ਸੀ। ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ। ਇਸ ਨਾਮ ਦੇ ਜੀਵਨ ਦੇ ਖਜ਼ਾਨੇ ਨੂੰ ਖਰੀਦਣ ਵਾਸਤੇ, ਗੁਰਬਾਣੀ ਦੇ ਧਨ ਨੂੰ ਖਰੀਦਣ ਵਾਸਤੇ ਜਿਹੜੇ ਲੋਕ ਆਉਂਦੇ ਨੇ ਉਹ ਅਮੁੱਲ ਨੇ, ਉਹਨਾਂ ਦਾ ਕੋਈ ਮੁੱਲ ਨਹੀਂ ਹੈ। ਅਮੁੱਲ ਆਵਹਿ ਅਮੁੱਲ ਲੈ ਜਾਹੇ, ਤੇ ਅਮੁੱਲ ਵਸਤੂ ਨੂੰ ਖਰੀਦ ਕੇ ਲੈ ਜਾਂਦੇ ਨੇ। ਅਮੁੱਲ ਭਾਏ ਅਮੁੱਲਾ ਸਮਾਹੇ। ਉਹਨਾਂ ਵਿੱਚ ਅਮੁੱਲ ਭਾਵਨਾ ਪੈਦਾ ਹੋ ਜਾਂਦੀ ਹੈ। ਅਮੁੱਲ ਨਾਮ ਦੇ ਵਿੱਚ ਸਮਾ ਜਾਂਦੇ ਨੇ। ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਬੜੇ ਪਿਆਰੇ ਬਚਨ ਨੇ, ਇਹ ਪੌੜੀ ਕਈ ਵਾਰੀ ਪੜ੍ਹੀ ਹੋਵੇਗੀ। ਅਮੁੱਲ ਧਰਮ, ਅਮੁੱਲ ਧਰਮ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਜਿਹਦਾ ਮੁੱਲ ਨਹੀਂ। ਸਾਧ ਸੰਗਤ, ਕੁਝ ਚੀਜ਼ਾਂ ਧਰਮ ਦੀਆਂ ਵੀ ਅਸੀਂ ਖਰੀਦ ਸਕਦੇ ਹਾਂ। ਚਿੰਨ੍ਹ ਖਰੀਦੇ ਜਾ ਸਕਦੇ ਨੇ। ਬਾਜ਼ਾਰ ਦੇ ਵਿੱਚੋਂ ਕਿਸੇ ਨੂੰ ਜਨੇਊ ਮਿਲ ਜਾਏਗਾ, ਕਿਸੇ ਨੂੰ ਆਪਣੇ ਧਰਮ ਦਾ ਕੋਈ ਧਾਗਾ, ਕੋਈ ਲਿੰਗ ਮਿਲ ਜਾਏਗਾ, ਕਿਸੇ ਨੂੰ ਆਪਣੇ ਧਰਮ ਦੇ ਕਕਾਰ ਬਾਜ਼ਾਰ ਵਿੱਚੋਂ ਮਿਲ ਜਾਣਗੇ। ਆਪੋ ਆਪਣੇ ਧਰਮ ਦੇ ਚਿੰਨ੍ਹ ਖਰੀਦੇ ਜਾ ਸਕਦੇ ਨੇ, ਧਰਮ ਨਹੀਂ ਖਰੀਦਿਆ ਜਾ ਸਕਦਾ। ਉਹ ਬੰਦੇ ਦੇ ਅੰਦਰ ਹੈ, ਉਹਨੂੰ ਪ੍ਰਗਟ ਕਰਨਾ ਮਨੁੱਖ ਨੇ। ਇਹਨਾਂ ਚਿੰਨ੍ਹਾਂ ਨੂੰ ਧਾਰਨ ਕਰਕੇ, ਇਹਨਾਂ ਚਿੰਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਧਾਰ ਕੇ, ਇਹਨਾਂ ਦੀ ਸੇਧ ਲੈ ਕੇ, ਇਹਨਾਂ ਦੇ ਨਾਲ ਹੋ ਕੇ, ਇਹਨਾਂ ਨੂੰ ਕਮਾ ਕੇ ਉਸ ਅੰਦਰਲੇ ਚਿੰਨ੍ਹ ਨੂੰ ਪ੍ਰਗਟ ਕਰਨਾ ਹੈ ਜਿਹੜਾ ਮਨੁੱਖ ਦੇ ਅੰਦਰ ਪਿਆ ਹੋਇਆ ਹੈ। ਨਾਮ ਦਾ ਚਿੰਨ੍ਹ ਜਿਹੜਾ, ਇਸ ਕਰਕੇ ਉਹ ਨਾਮ ਦਾ ਚਿੰਨ੍ਹ ਬੜਾ ਅਮੁੱਲ ਹੈ। ਅਮੁੱਲ ਧਰਮ, ਧਰਮ ਬੜਾ ਅਮੁੱਲ, ਕਿਤੋਂ ਖਰੀਦਿਆ ਨਹੀਂ ਜਾ ਸਕਦਾ। ਇਹ ਦੋ ਤਰ੍ਹਾਂ ਨਾਲ ਮਿਲਦਾ ਹੈ। ਇੱਕ ਤੇ ਧਰਮੀ ਬੰਦਾ ਅਰਦਾਸੀਆ ਹੋ ਜਾਏ, ਭਿਖਾਰੀ ਬਣ ਜਾਏ, ਮੰਗਤਾ ਬਣ ਜਾਏ, ਤੇ ਪਰਮਾਤਮਾ ਵੱਲੋਂ ਦਾਤ ਉਹਦੀ ਝੋਲੀ ਵਿੱਚ ਪੈਂਦੀ ਹੈ। ਖਰੀਦਣ ਵਾਲੀ ਤੇ ਚੀਜ਼ ਹੀ ਨਹੀਂ, ਇਹਦਾ ਮੁੱਲ ਤੇ ਅਦਾ ਹੀ ਨਹੀਂ ਕੀਤਾ ਜਾ ਸਕਦਾ। ਭਾਵੇਂ ਕਿ ਬਾਣੀ ਵਿੱਚ ਕਿਹਾ ਹੈ ਕਿ ਮਨ ਦੇ ਤੇ ਰੱਬ ਨੂੰ ਖਰੀਦ ਲੈ।
ਇਹ ਤੇ ਬਚਨ ਆਉਂਦਾ ਹੈ। ਪਰ ਮਨ ਦੇ ਕੇ ਸਿਰਫ ਬੰਦੇ ਨੇ ਉਹਨੂੰ ਲੈਣ ਵਾਸਤੇ ਹੱਥ ਬਣਾਉਣੇ ਨੇ। ਉਹ ਦਾਤ ਕਿਸੇ ਚੀਜ਼ ਦੇ ਵੱਟੇ ਵਿੱਚ ਨਹੀਂ, ਕਿਸੇ ਚੀਜ਼ ਦੇ ਮੁਕਾਬਲੇ ਵਿੱਚ ਨਹੀਂ ਮਿਲ ਸਕਦੀ। ਅਮੁੱਲ ਧਰਮ ਹੈ, ਉਹਨੂੰ ਖਰੀਦਿਆ ਨਹੀਂ ਜਾ ਸਕਦਾ। ਸਿਰਫ ਜਦੋਂ ਬੰਦਾ ਆਪਣਾ ਮਨ ਸੌਂਪ ਦਿੰਦਾ ਹੈ ਤੇ ਉਹਦਾ ਆਪਣਾ ਜੀਵਨ ਹੀ ਉਸ ਅਮੁੱਲ ਧਰਮ ਨਾਲ ਭਰਿਆ ਜਾਂਦਾ। ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁੱਲ, ਅਮੁੱਲ ਪ੍ਰਵਾਨ। ਤੁੱਲ ਦਾ ਅਰਥ ਹੈ ਬਰਾਬਰ। ਜਿਸ ਦਿਨ ਗੁਰਸਿੱਖ ਗੁਰੂ ਦੇ ਬਰਾਬਰ ਤੁਲਣ ਲੱਗ ਪੈਂਦਾ ਹੈ, ਉਹਦਾ ਵਜਨ ਵੱਧ ਜਾਂਦਾ। ਖਿਆਲ ਰੱਖਣਾ, ਇਹ ਤੁਲਣਾ ਹੈ। ਤੁਲਣਾ ਕੀ ਹੈ? ਜਦੋਂ ਕਿਸੇ ਚੀਜ਼ ਨੂੰ ਤੋਲੀਏ ਤੇ ਬਰਾਬਰ ਆਵੇ, ਫਿਰ ਸਮਝੀਦਾ ਹੈ ਕਿ ਇਹ ਹੁਣ ਉਹਦੇ ਬਰਾਬਰ ਹੋ ਗਈ। ਸਿੱਖ ਜਦੋਂ ਆਉਂਦਾ ਹੈ ਉਦੋਂ ਉਹਦੇ ਵਿੱਚ ਕੋਈ ਵਜਨ ਨਹੀਂ, ਹੌਲਾਪਣ, ਬਿਲਕੁਲ ਛੋਟਾਪਣ। ਪਰ ਜਿਉਂ-ਜਿਉਂ ਉਹ ਨਾਮ ਦੇ ਖਜ਼ਾਨੇ ਨਾਲ ਭਰਿਆ ਜਾਂਦਾ ਹੈ, ਜਿਹੜਾ ਖਜ਼ਾਨਾ ਉਹਦੇ ਗੁਰੂ ਕੋਲ ਸੀ, ਉਹ ਹੀ ਖਜ਼ਾਨਾ ਉਹਦੇ ਨੇੜੇ ਆਉਂਦਾ ਗਿਆ। ਉਸੇ ਖਜ਼ਾਨੇ ਨਾਲ ਉਹ ਖੁਦ ਭਰਿਆ ਗਿਆ। ਦੋਵੇਂ ਇੱਕ ਹੋ ਗਏ, ਇੱਕੋ ਜਿਹਾ ਹੋ ਗਿਆ। ਦੋਵਾਂ ਵਿੱਚ ਫਰਕ ਹੀ ਕੋਈ ਨਹੀਂ ਰਿਹਾ। ਦੋਵੇਂ ਇੱਕੋ ਚੀਜ਼ ਦੇ ਗ੍ਰਾਹਕ, ਇੱਕੋ ਚੀਜ਼ ਦੇ ਦਾਤੇ, ਇੱਕੋ ਜਿਹਾ ਭੰਡਾਰ ਦੋਵਾਂ ਕੋਲ ਆ ਗਿਆ। ਇਸ ਤਰ੍ਹਾਂ ਉਹ ਗੁਰਸਿੱਖ ਅੰਦਰਲੇ ਖਜ਼ਾਨੇ ਦੇ ਨਾਲ ਭਰਿਆ ਗਿਆ ਤੇ ਬਰਾਬਰ ਤੁਲਣ ਲੱਗ ਪਿਆ। ਉਹਦੀ ਜ਼ਿੰਦਗੀ ਦਾ ਵਜਨ ਵੱਧ ਗਿਆ। ਅਮੁੱਲ ਤੁੱਲ, ਤੁੱਲ ਦਾ ਅਰਥ ਹੈ ਬਰਾਬਰ ਹੋਣਾ, ਤੋਲਿਆ ਜਾਣਾ, ਤੋਲ ਵਿੱਚ ਬਰਾਬਰ ਆ ਜਾਣਾ। ਅਮੁੱਲ ਤੁੱਲ, ਅਮੁੱਲ ਪ੍ਰਵਾਨ। ਤੇ ਜਦੋਂ ਵਜਨ ਕਿਸੇ ਦਾ ਗੁਰੂ ਦੇ ਬਰਾਬਰ ਆ ਜਾਂਦਾ ਹੈ, ਉਦੋਂ ਰੱਬ ਦੇ ਘਰ ਵਿੱਚ ਪ੍ਰਵਾਨ ਹੋ ਜਾਂਦਾ ਹੈ। ਉਹਦੇ ਘਰ ਵਿੱਚ ਪ੍ਰਵਾਨਗੀ ਮਿਲ ਜਾਂਦੀ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਇਹ ਦਾਤਾਂ ਕਿੰਨੀਆਂ ਅਮੁੱਲ ਪਰਮਾਤਮਾ ਨੇ ਸਾਡੇ ਵਾਸਤੇ ਬਖਸ਼ੀਆਂ ਨੇ, ਇਹਨਾਂ ਦਾ ਕਿਤੇ ਵੀ ਮੁੱਲ ਨਹੀਂ ਪੈ ਸਕਦਾ, ਨਾ ਕੋਈ ਕਹਿ ਸਕਦਾ। ਜੇ ਕੋਈ ਕਹਿਣ ਦਾ ਯਤਨ ਕਰਦਾ ਤੇ ਉਹਦੀ ਲਿਵ ਲੱਗ ਜਾਂਦੀ ਹੈ। ਆਖ ਆਖ ਰਹੇ ਲਿਵਲਾਏ। ਇਹਦੇ ਵਿੱਚ ਦੋ ਬਚਨ ਕੀਤੇ। ਇੱਕ ਪਾਸੇ ਸਾਹਿਬ ਕਹਿੰਦੇ ਨੇ ਆਖਣ ਨਾਲ ਉਹਦਾ ਅੰਤ ਨਹੀਂ। ਕਈ ਵਾਰੀ ਸਾਨੂੰ ਇਉਂ ਵੀ ਸਮਝ ਆਉਣ ਲੱਗ ਪੈਂਦੀ, ਗੁਰੂ ਸਾਹਿਬ ਕਹਿੰਦੇ ਨਾ ਉਹਦਾ ਵਰਣਨ ਕਰ, ਨਾ ਉਹਨੂੰ ਆਖ, ਉਹ ਤੇ ਵੱਡਾ ਬੜਾ, ਤੂੰ ਕਿਵੇਂ ਕਹੇਂਗਾ? ਤੇਰੇ ਕਹਿਣ ਦਾ ਮੁਥਾਜ ਹੀ ਨਹੀਂ ਹੈ, ਕਿਵੇਂ ਉਹਨੂੰ ਵਿਚਾਰੇਗਾ? ਪਰ ਇੱਕ ਪੰਕਤੀ ਜਪਜੀ ਸਾਹਿਬ ਦੇ 2 ਅੱਖਰਾਂ ਵਿੱਚ ਸਤਿਗੁਰੂ ਨੇ ਇਸ ਚੀਜ਼ ਦਾ ਫੈਸਲਾ ਕਰ ਦਿੱਤਾ ਹੈ। ਕਹਿਣ ਲੱਗੇ ਜ਼ਰੂਰ ਆਖ, ਪਰ ਆਖਣ ਲੱਗਿਆਂ ਇਹ ਨਾ ਸੋਚੀ ਕਿ ਅੰਤ ਪਾ ਲਵਾਂਗਾ। ਫਿਰ ਕਹਿਣ ਦੀ ਲੋੜ ਕੀ? ਜਿਹਦਾ ਅੰਤ ਹੀ ਨਹੀਂ ਲੱਭਣਾ, ਉਹਨੂੰ ਕੀ ਕਹੀਏ, ਉਹਨੂੰ ਕੀ ਜਪੀਏ, ਉਹਨੂੰ ਕਿਉਂ ਬੋਲੀਏ? ਅੰਤ ਤੇ ਲੱਭਣਾ ਨਹੀਂ, ਅੰਤ ਤੇ ਮਿਲਣਾ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਆਖੇਗਾ ਤੇ ਅੰਤ ਤਾਂ ਨਹੀਂ ਮਿਲੇਗਾ, ਪਰ ਜੇ ਤੂੰ ਆਖਦਾ ਹੀ ਗਿਆ, ਜੇ ਤੂੰ ਆਖਦਾ ਹੀ ਗਿਆ ਤੇ ਆਖ ਆਖ ਕੇ ਇੱਕ ਦਿਨ ਤੇਰੀ ਲਿਵ ਲੱਗ ਜਾਏਗੀ। ਆਖ ਆਖ ਰਹੇ ਲਿਵ ਲਾਏ। ਲਿਵ ਲਾਉਣ ਲਈ ਆਖਣਾ ਜ਼ਰੂਰੀ ਹੈ। ਜਿਨ੍ਹਾਂ ਨੇ ਆਖਿਆ, ਜਿਨ੍ਹਾਂ ਨੇ ਕਿਹਾ, ਜਿਨ੍ਹਾਂ ਨੇ ਬੋਲਿਆ, ਜਿਨ੍ਹਾਂ ਨੇ ਜਪਿਆ, ਜਪਣ ਤੋਂ ਬਾਅਦ ਹੀ ਲਿਵ ਲੱਗੀ ਹੈ। ਲਿਵ ਦਾ ਅਰਥ ਬੋਲਣਾ ਬੰਦ ਹੋ ਗਿਆ। ਹੁਣ ਉਹ ਬੋਲਦਾ ਨਹੀਂ, ਬਸ ਲਿਵ ਵਿੱਚ ਰਹਿੰਦਾ ਹੈ। ਜਿਹਨੂੰ ਬੋਲਿਆ ਸੀ ਉਹਦੇ ਨਾਲ ਤਾਰ ਜੁੜ ਗਈ, ਹੁਣ ਬੋਲਣਾ ਪੈਣਾ ਹੀ ਨਹੀਂ, ਮਿਲਾਪ ਹੋ ਗਿਆ। ਅੰਦਰੋਂ ਬੋਲੀ ਜਾਂਦਾ ਹੈ, ਉਹਦੇ ਨਾਲ ਅੰਦਰੋਂ ਗੱਲ ਕਰੀ ਜਾਂਦਾ ਹੈ। ਇਹ ਹੈ ਇਸ ਸਾਰੀ ਪੌੜੀ ਦਾ ਸਿਰਾ। ਇਹ ਚੀਜ਼ਾਂ ਗੁਣ ਗਾਉਣੀਆਂ ਕਾਹਦੇ ਵਾਸਤੇ? ਗੁਣ ਕਿਉਂ ਗਾਏ ਜਾਂਦੇ ਨੇ? ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਹਿਲਾ ਸ਼ਲੋਕ ਆਪਾਂ ਵਿਚਾਰਿਆ ਸੀ। ਕਹਿੰਦੇ ਤੂੰ ਉਹਦੇ ਗੁਣ ਕਿਉਂ ਨਹੀਂ ਗਾਉਂਦਾ? ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਤੂੰ ਆਪਣਾ ਜੀਵਨ ਅਕਾਰਥ ਵਿਅਰਥ ਗਵਾ ਲਿਆ। ਇੱਥੇ ਗੁਣ ਦਾ ਅਰਥ ਬਾਣੀ ਵਿੱਚ 2 ਤਰ੍ਹਾਂ ਦਾ ਆਇਆ ਹੈ। ਗੁਣ ਦਾ ਅਰਥ ਸੁਭਾਅ ਵੀ ਹੈ, ਗੁਣ ਦਾ ਅਰਥ ਉਪਕਾਰ ਵੀ ਹੈ। ਇੱਕ ਹੁੰਦਾ ਗੁਣ ਦਾ ਅਰਥ ਸੁਭਾਅ, ਜਿਵੇਂ ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਦਾ ਸੁਭਾਅ ਕੌੜਾ ਹੈ, ਇਹ ਉਹਦਾ ਗੁਣ ਹੈ, ਕੌੜੇ ਹੋਣਾ। ਜਿਵੇਂ ਆਪਾਂ ਕਹਿੰਦੇ ਹਾਂ ਅੱਗ ਗਰਮ ਹੈ,
ਅੱਗ ਦਾ ਸੁਭਾਅ, ਅੱਗ ਦਾ ਗੁਣ ਹੈ ਗਰਮ। ਜਿਵੇਂ ਕਈ ਦਾ ਹਵਾ ਠੰਡੀ ਏ, ਉਹਦਾ ਇੱਕ ਗੁਣ ਹੈ ਠੰਡੇ ਹੋਣਾ, ਸੁਭਾਅ ਹੈ ਉਹਦਾ। ਪਰ ਇੱਥੇ ਗੁਣ ਦੇ ਅਰਥ ਨੇ ਉਪਕਾਰ। ਉਪਕਾਰ ਦਾ ਅਰਥ ਹੈ ਦਾਨ, ਜਿਹਦੇ ਬਦਲੇ ਵਿੱਚ ਕੁਝ ਮੰਗਿਆ ਨਾ ਜਾਏ। ਹਜ਼ੂਰ ਨੇ ਕਿਹਾ ਉਹਦੇ ਗੁਣ ਗਾਇਆ ਕਰ, ਉਹਦੇ ਉਪਕਾਰਾਂ ਨੂੰ ਗਾਇਆ ਕਰ, ਜੋ ਸਹਿਜੇ ਹੀ ਤੇਰੇ ਉੱਤੇ ਉਹਨੇ ਉਪਕਾਰ ਕਰ ਦਿੱਤੇ ਨੇ। ਅਕਿਰਤ ਘਣ ਨਾ ਬਣ ਜਾਈ, ਲੈ ਕੇ ਮੁੱਕਰ ਨਾ ਜਾਈ, ਇਹ ਤੇ ਸਭ ਤੋਂ ਵੱਡਾ ਪਾਪ। ਕਈ ਵਾਰੀ ਸਵਾਲ ਪੈਦਾ ਹੁੰਦਾ ਹੈ, ਔਰ ਕਈ ਸੱਜਣ ਕਹਿੰਦੇ ਵੀ ਨੇ, ਇਸ ਧਰਤੀ ਤੇ ਕਰੋੜਾਂ ਦੀ ਗਿਣਤੀ ਵਿੱਚ ਸਰੀਰਧਾਰੀ ਨੇ ਮਨੁੱਖ। ਗੁਰਬਾਣੀ ਇਹ ਕਹਿ ਰਹੀ ਹੈ, ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਇੱਥੋਂ ਤੱਕ ਬਚਨ ਕਹਿ ਦਿੱਤੇ, ਜਨਮ ਕਿਉਂ ਲਿਆ ਉਹਨਾਂ ਨੇ। ਗੁਰੂ ਸਾਹਿਬ ਦੇ ਬਚਨ ਆਉਂਦੇ ਨੇ, ਪੜ੍ਹ ਕੇ ਖਿਆਲ ਵੀ ਆਉਂਦਾ। ਇੱਕ ਪਾਸੇ ਕੁਝ ਆਪਾਂ ਇਹ ਵੀ ਕਈ ਵਾਰੀ ਵਿਚਾਰਨੇ ਆ ਵੀ ਸਾਰੇ ਲੋਕ ਕਿਹੜਾ ਨਾਮ ਜਪਣ ਲਈ ਬਣੇ ਨੇ, ਤੇ ਵਿਰਲੇ ਵਿਰਲੇ ਹੁੰਦੇ ਨੇ। ਬਾਣੀ ਵਿੱਚ ਕਈ ਥਾਵਾਂ ਤੇ ਆਇਆ ਵੀ ਹੈ, ਧਰਮ ਕਮਾਉਣ ਲਈ ਕਹਿੰਦੇ ਵਿਰਲੇ ਨੇ, ਬਾਕੀ ਤੇ ਬੇਧਰਮੇ ਪੈਦਾ ਕੀਤੇ ਨੇ। ਪਰ ਗੁਰਬਾਣੀ ਦੇ ਕੁਝ ਸ਼ਬਦ ਐਸੇ ਨੇ ਜਿਹੜੇ ਇੱਕ ਵੀ ਬੰਦੇ ਨੂੰ ਮੁਆਫ ਨਹੀਂ ਕਰਦੇ ਕਿ ਤੂੰ ਵੀ ਧਰਮ ਤੋਂ ਬਿਨਾਂ ਜੀ ਲੈ, ਕੋਈ ਗੱਲ ਨਹੀਂ, ਤੇਰੇ ਵਾਸਤੇ ਕੋਈ ਜ਼ਰੂਰਤ ਨਹੀਂ ਹੈ। ਇੰਨੇ ਸਖਤ ਸ਼ਬਦ ਵਰਤੇ। ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਜਿਹੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਤਾਰੀ। ਕਬੀਰ ਸਾਹਿਬ ਜੀ ਦਾ ਜਿਹੜਾ ਇਹ ਸੁਭਾਅ ਹੈ ਬੋਲਣ ਦਾ, ਵੱਖਰੇ ਵੱਖਰੇ ਭਗਤਾਂ ਦੀ ਆਪਣੀ ਆਪਣੀ ਸ਼ੈਲੀ, ਉਹ ਕ੍ਰਾਂਤੀਕਾਰੀ, ਖਿੱਚ ਕੇ ਬੋਲਦੇ ਨੇ। ਉਹ ਕਹਿੰਦੇ ਨੇ, ਕਿਉਂ ਤੂੰ ਜਨਮ ਲਿਆ। ਪਹਿਲੀ ਪੰਕਤੀ ਏ, ਚੰਗਾ ਹੁੰਦਾ ਨਾਮਹੀਣ ਬੰਦੇ ਦੀ ਮਾਂ ਵਿਧਵਾ ਹੋ ਜਾਂਦੀ, ਇਹਦੇ ਜਨਮ ਲੈਣ ਦਾ ਕਾਰਨ ਹੀ ਨਾ ਬਣਦਾ, ਜੰਮਦਾ ਹੀ ਨਾ ਧਰਤੀ ਤੇ। ਜਿਹੇ ਕੁਲ, ਜਿਹੜੀ ਕੁਲ ਵਿੱਚ, ਜਿਹੜੇ ਪਰਿਵਾਰ ਵਿੱਚ ਪੂਤ, ਕੋਈ ਪੁੱਤਰ ਜੰਮਿਆ, ਨਾ ਗਿਆਨ ਵਿਚਾਰੀ, ਗਿਆਨ ਦੇ ਅਰਥ ਨੇ ਨਾਮ, ਜਿਨੇ ਬੰਦਗੀ ਨਹੀਂ ਕੀਤੀ। ਵਿਧਵਾ ਕਸ ਨਾ ਭਈ ਮਹਤਾਰੀ, ਉਹ ਵਿਧਵਾ ਕਿਉਂ ਨਾ ਹੋਈ। ਫਿਰ ਕਹਿੰਦੇ ਦੂਜੀ ਪੰਕਤੀ ਕਹੀ, ਉਹਦੇ ਤੋਂ ਵੀ ਸਖਤ, ਉਹਦੇ ਤੋਂ ਵੀ ਜ਼ਿਆਦਾ ਚੋਟ ਮਾਰਦੀ, ਧਰਮ ਤੋਂ ਦੂਰ ਰਹਿਣਾ, ਅਕਿਰਤ ਘਣ ਰਹਿਣਾ, ਉਹਦੇ ਤੋਂ ਵੱਧ ਚੋਟ ਮਾਰ ਦਿੱਤੀ। ਕਹਿੰਦੇ ਮੁੱਚ ਮੁੱਚ ਗਰਭ ਗਏ ਕੀਨ ਬਚਿਆ। ਕਬੀਰ ਜੀ ਕਹਿੰਦੇ ਚਲੋ ਜੇ ਵਿਧਵਾ ਨਹੀਂ ਹੋਈ ਤੇ ਕਈ ਬੱਚਿਆਂ ਦਾ ਗਰਭ ਡਿੱਗ ਪੈਂਦਾ ਜਨਮ ਤੋਂ ਪਹਿਲਾਂ, ਉਹਨਾਂ ਦੀ ਮੌਤ ਹੋ ਜਾਂਦੀ ਏ। ਕਹਿੰਦੇ ਜਿਸ ਬੰਦੇ ਨੇ ਇਸ ਧਰਤੀ ਤੇ ਆ ਕੇ ਰੱਬ ਨਾਲ ਪ੍ਰੀਤ ਨਹੀਂ ਪਾਈ, ਕਿੰਨਾ ਚੰਗਾ ਹੁੰਦਾ, ਉਹਦਾ ਗਰਭ ਹੀ ਡਿੱਗ ਪੈਂਦਾ, ਪਹਿਲੇ ਹੀ ਮੌਤ ਹੋ ਜਾਂਦੀ। ਜਿਸ ਘਰ ਵਿੱਚ ਇਹ ਅਰਦਾਸ ਕੀਤੀ ਜਾਂਦੀ ਹੈ, ਕਿਸੇ ਦਾ ਜਨਮ ਹੋਵੇ, ਕਿ ਕਿਸੇ ਦੇ ਘਰ ਵਿੱਚ ਔਲਾਦ ਹੋਵੇ, ਕਿ ਤੰਦਰੁਸਤੀ ਮਿਲੇ, ਉਸੇ ਹੀ ਗੁਰੂ ਦੇ ਕੋਲੋਂ ਇਹ ਆਵਾਜ਼ ਆਵੇ ਕਿ ਇਹ ਨਹੀਂ ਜਨਮ ਹੋਣਾ ਚਾਹੀਦਾ, ਇਹ ਰਸਤੇ ਵਿੱਚ ਹੀ ਰਹਿ ਜਾਣਾ ਚਾਹੀਦਾ। ਉਹਦਾ ਕਾਰਨ ਕੀ ਹੈ? ਮੁੱਚ ਮੁੱਚ ਗਰਭ ਗਏ ਕੀਨ ਬਚਿਆ, ਬੁੱਢ ਪੁੱਜ ਰੂਪ ਜੀਵੇ ਜਗ ਮਝਿਆ। ਬੁੱਢ ਪੁੱਜ ਦਾ ਅਰਥ ਹੈ ਪਿੰਗਲਾ। ਕਬੀਰ ਜੀ ਕਹਿੰਦੇ ਨੇ, ਕਿਉਂਕਿ ਜਿਹੜਾ ਮਨੁੱਖ ਰੱਬ ਦੀ ਯਾਦ ਤੋਂ ਖਾਲੀ ਜਿਉਂਦਾ ਹੈ, ਉਹ ਇਸ ਤਰ੍ਹਾਂ ਹੈ ਜਿਵੇਂ ਪਿੰਗਲਾ ਹੈ ਧਰਤੀ ਤੇ। ਪਿੰਗਲਾ ਬੈਠਾ ਹੈ, ਬੋਝ ਹੈ ਧਰਤੀ ਤੇ, ਦੂਸਰਿਆਂ ਤੇ ਬੋਝ ਬਣ ਜਾਂਦਾ ਹੈ, ਸਮਾਜ ਤੇ ਬੋਝ ਬਣ ਜਾਂਦਾ ਹੈ। ਹੁਣ ਇਹ ਜਿਹੜੇ ਸ਼ਬਦ ਨੇ ਸਾਡੀ ਬੁੱਧੀ ਦੇ ਪਕੜ ਵਿੱਚ ਨਹੀਂ ਆਉਂਦੇ। ਪਿੰਗਲਾ ਕਿਵੇਂ ਹੋਇਆ? ਅਸੀਂ ਤੇ ਫਲਾਣੇ ਆਦਮੀ ਨੂੰ ਵੇਖਿਆ, ਉਹਨੇ ਆਪ ਤੇ ਕੀ ਬਾਣੀ ਪੜ੍ਹਨੀ ਸੀ, ਦਾਦੇ ਪੜਦਾਦੇ ਨੇ, ਪਿਓ ਨੇ ਕਦੀ ਨੇੜੇ ਨਹੀਂ ਲੰਘਿਆ ਧਰਮ ਦਿਓ, ਆਪ ਜਨਮਿਆ, ਸੁਪਨੇ ਵਿੱਚ ਕਦੀ ਨਹੀਂ ਰੱਬ ਦੀ ਗੱਲ ਚੱਲੀ ਉੱਥੇ। ਤੇ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਉਹ ਪਿੰਗਲੇ ਨੇ ਸਾਰੇ ਲੋਕ, ਸਰੀਰ ਦੀ ਗੱਲ ਨਹੀਂ ਕਰ ਰਹੇ। ਸਰੀਰ ਤੇ ਮਸ਼ੀਨ ਵਰਗਾ, ਸਰੀਰ ਜੀਵਨ ਥੋੜੀ ਹੁੰਦਾ ਹੈ। ਅਸੀਂ ਕਹਿੰਦੇ ਹਾਂ ਸਰੀਰ ਹੈ ਤੇ ਜੀਵਨ ਹੈ।
ਇਸ ਲਈ ਮੈਂ ਬੇਨਤੀ ਕਰਾਂ, ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹਦੇ ਨਾਲ ਸਾਡਾ ਨਾਤਾ ਰਿਸ਼ਤਾ ਘੱਟ ਹੀ ਜੁੜਦਾ ਹੈ, ਉੱਥੋਂ ਤੱਕ ਅਸੀਂ ਘੱਟ ਹੀ ਪਹੁੰਚਨੇ ਹਾਂ। ਠੀਕ ਹੈ, ਬਾਹਰੀ ਤੌਰ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਨੇੜੇ ਚਲੇ ਜੀ ਗੱਲ ਹੋਰ, ਪਰ ਗੁਰੂ ਦੇ ਕਿਤੇ ਉਹਦੇ ਸੁਭਾਅ ਦੇ ਵੀ ਨੇੜੇ ਗਏ ਹੋਈਏ, ਇਹ ਗੱਲ ਬੜੀ ਵੱਖਰੀ ਹੋ ਗਈ, ਦੂਰ ਹੋ ਗਈ, ਤਾਲਮੇਲ ਨਹੀਂ ਬਹਿੰਦਾ। ਸਾਨੂੰ ਤੇ ਉਹ ਸਮਝ ਹੀ ਨਹੀਂ ਆਉਂਦੀ ਜੋ ਕੁਝ ਗੁਰੂ ਸਾਹਿਬ ਕਹਿ ਰਹੇ ਨੇ। ਉਹ ਇੱਕ ਬੰਦੇ ਨੂੰ ਕਹਿ ਰਹੇ ਨੇ ਜਿਹੜਾ ਰੱਬ ਦੇ ਪਿਆਰ ਤੋਂ ਖਾਲੀ ਏ, ਕਹਿਣ ਲੱਗੇ ਭਾਈ ਪਿੰਗਲਾ ਹੈ, ਨਾ ਇਹਦੇ ਹੱਥ ਨਾ ਇਹਦੇ ਪੈਰ, ਇਹ ਤੇ ਕੁਝ ਵੀ ਕਰਨ ਜੋਗਾ ਨਹੀਂ। ਤੇ ਸੰਸਾਰੀ ਕਹਿੰਦਾ ਵੀ ਕਿੱਥੇ ਨੇ ਪਿੰਗਲੇ ਜਿਹੜੇ ਨਾਮ ਤੋਂ ਖਾਲੀ ਨੇ? ਕਦੋਂ ਪਿੰਗਲੇ ਨੇ? ਤੁਰਦੇ ਨੇ, ਕੰਮ ਕਰਦੇ ਨੇ। ਹਜੂਰ ਨੇ ਕਿਹਾ ਇਹ ਜਿਹੜਾ ਕੰਮ ਕਰ ਰਿਹਾ ਹੈ ਤੇ ਮਿੱਟੀ ਦਾ ਇੱਕ ਖਿਡੌਣਾ ਹੈ, ਮਾਸ ਦੀ ਇੱਕ ਮਸ਼ੀਨ ਹੈ, ਇਹ ਜੀਵਨ ਨਹੀਂ। ਉਹ ਪਿੰਗਲੇ ਅੰਦਰੋਂ ਹੋ ਗਏ, ਉਹਨਾਂ ਦੇ ਕੋਲ ਪ੍ਰੇਮ ਦੀਆਂ ਅੱਖਾਂ ਹੀ ਨਹੀਂ, ਉਹਨਾਂ ਕੋਲ ਭਾਵਨਾ ਦੀ ਰਸਨਾ ਹੀ ਨਹੀਂ ਹੈ, ਉਹਨਾਂ ਕੋਲ ਪਰਉਪਕਾਰ ਦੇ ਹੱਥ ਹੀ ਨਹੀਂ, ਉਹਨਾਂ ਦੇ ਅੰਦਰਲੇ ਅੰਗ ਸਾਰੇ ਜਿਹੜੇ ਨੇ ਉਹ ਮਾਰੇ ਗਏ, ਖਤਮ ਹੋ ਗਏ। ਉਹਨਾਂ ਵਿੱਚ ਦਇਆ ਨਹੀਂ, ਉਹਨਾਂ ਵਿੱਚ ਧਰਮ ਨਹੀਂ, ਉਹਨਾਂ ਵਿੱਚ ਕਿਸੇ ਗਰੀਬ ਵਾਸਤੇ ਦਇਆ ਨਹੀਂ। ਅੰਦਰੋਂ ਪਿੰਗਲੇ ਹੋ ਗਏ, ਅੰਦਰ ਕੁਝ ਨਹੀਂ ਰਿਹਾ, ਅੰਦਰ ਤੇ ਤਰਸ ਵੀ ਕੋਈ ਨਹੀਂ। ਤੇ ਬਾਹਰਲਾ ਅੰਗ ਗੁਰੂ ਸਾਹਿਬ ਨੇ ਸਾਧ ਸੰਗਤ ਵੈਸੇ ਕਿਸੇ ਵੀ ਇਸ ਤਰ੍ਹਾਂ ਦੇ ਵਿਖਾਵੇ ਨੂੰ ਬਾਹਰਲੇ ਜੀਵਨ ਨੂੰ ਮੰਨਿਆ ਨਹੀਂ, ਜਿੰਨਾ ਚਿਰ ਅੰਦਰੋਂ ਨਹੀਂ ਹੁੰਦਾ। ਅੰਦਰ ਤੇ ਦਇਆ ਆਈ ਨਹੀਂ। ਸੰਸਾਰ ਦੇ ਵਿੱਚ ਅੰਦਰਲੇ ਗੁਣ ਹੈ ਨਹੀਂ, ਤੇ ਬਾਹਰਲਾ ਤੇ ਪਿੰਗਲਾ ਹੋ ਗਿਆ, ਬਾਹਰਲਾ ਵੀ ਜੀਵਨ ਨਾਲ ਪਿੰਗਲਾ ਕਰ ਦਿੱਤਾ। ਇਸ ਕਰਕੇ ਕਹਿੰਦੇ ਐਸੇ ਮਨੁੱਖ ਜਿਹੜੇ ਨਾਮਹੀਣ ਨੇ, ਮੈਂ ਬੇਨਤੀ ਕਰ ਰਿਹਾ ਸੀ, ਇੱਕ ਬੜਾ ਵੱਡਾ ਸਵਾਲ ਹੈ। ਲੋਕ ਕਹਿੰਦੇ ਨੇ ਲੱਖਾਂ ਲੋਕ ਨਹੀਂ ਨਾਮ ਜਪਦੇ, ਫਿਰ ਉਹ ਕੀ ਨੇ? ਨਹੀਂ ਗੁਰੂ ਦੀ ਗੱਲ ਸੁਣ ਕੇ ਰਾਜੀ, ਕਮਾ ਕੇ ਨਹੀਂ ਰਾਜੀ, ਕਮਾਉਂਦੇ ਹੀ ਨਹੀਂ। ਸਤਿਗੁਰੂ ਨੇ ਦੱਸਿਆ ਉਹ ਵੀ ਕੀ ਨੇ, ਕਹਿੰਦੇ ਉਹ ਮਸ਼ੀਨ ਵਰਗੇ ਨੇ, ਉਹ ਯੰਤਰ ਨੇ, ਇੱਕ ਚੱਲੀ ਜਾਂਦੇ ਨੇ। ਜਿੰਨਾ ਚਿਰ ਗੱਡੀ ਵਿੱਚ ਤੇਲ ਹੈ ਉਹਨਾਂ ਚਿਰ ਤੁਰੇਗੀ ਨਾ, ਜਿਉਂਦੀ ਥੋੜੀ ਹੈ ਗੱਡੀ, ਤੁਰਦੀ ਹੈ। ਕੋਈ ਆਦਮੀ ਕਹੇਗਾ ਮੇਰੀ ਕਾਰ ਜਿਉਂਦੀ ਹੈ, ਤੁਰਨਾ ਜਿਉਣਾ ਨਹੀਂ। ਜੇ ਤੁਰਨਾ ਜਿਉਣਾ ਹੁੰਦਾ ਤੇ ਕਾਰ ਵੀ ਜਿਉਂਦੀ ਹੋ ਜਾਂਦੀ ਹੈ, ਫਿਰ ਜਹਾਜ਼ ਵੀ ਜਿਉਂਦਾ ਹੁੰਦਾ। ਜਿਉਣਾ ਹੋਰ ਹੈ, ਤੁਰਨਾ ਹੋਰ ਹੈ, ਖਾਣਾ ਪੀਣਾ ਹੋਰ ਚੀਜ਼ ਹੈ, ਵੇਖਣਾ। ਹੁਣ ਤੇ ਕੰਪਿਊਟਰ ਵੀ ਵੇਖਣ ਲੱਗ ਪਿਆ, ਬੜੀ ਦੂਰੋਂ ਦੇਖ ਲੈਂਦਾ ਕੀ ਹੋ ਰਿਹਾ ਉੱਥੇ। ਹੁਣ ਤੇ ਉਹ ਸੁਣਦਾ ਵੀ ਹੈ, ਕੰਮ ਵੀ ਕਰਦਾ, ਸਾਰੇ ਕੰਮ ਕਰ ਦਿੰਦਾ, ਬਿਲਕੁਲ ਠੀਕ ਠੀਕ ਕਰਦਾ, ਗਲਤ ਵੀ ਨਹੀਂ। ਅਜੇ ਜਿਉਂਦਾ ਜਾਗਦਾ ਬੰਦਾ ਕਿਤੇ ਗਲਤੀ ਕਰ ਜਾਏਗਾ, ਉਹਨੇ ਨਹੀਂ, ਉਹਨੇ ਪੂਰਾ ਮਿਣ ਕੇ ਕੰਮ ਕਰਨਾ ਹੈ। ਇਸ ਕਰਕੇ ਇਹ ਗੱਲ ਸਾਫ਼ ਸਮਝ ਲੈਣੀ ਚਾਹੀਦੀ, ਖਾਣਾ ਜਿਉਣਾ ਨਹੀਂ। ਜੇ ਖਾਣਾ ਜਿਉਣਾ ਹੁੰਦਾ ਤੇ ਮਸ਼ੀਨਾਂ ਤੇਲ ਖਾਂਦੀਆਂ ਨੇ, ਬੰਦਾ ਰੋਟੀ ਖਾਂਦਾ ਹੈ। ਉਹ ਲੋਹੇ ਦੀ ਮਸ਼ੀਨ, ਇਹ ਮਾਸ ਦੀ ਮਸ਼ੀਨ, ਫਰਕ ਕੋਈ ਨਹੀਂ ਬਹੁਤਾ, ਬਸ ਥੋੜਾ ਜਿਹਾ ਫਰਕ ਪੈ ਗਿਆ, ਥੋੜਾ ਜਿਹਾ ਫਰਕ ਪਿਆ। ਇਸ ਕਰਕੇ ਤੁਰਨਾ, ਵੇਖਣਾ, ਬੋਲਣਾ, ਕੰਮ ਕਰਨਾ ਜੇ ਜੀਵਨ ਹੁੰਦਾ ਤੇ ਮਸ਼ੀਨਾਂ ਵਿੱਚ ਜੀਵਨ ਹੋਣਾ ਸੀ। ਉਹ ਮੁਰਦਾ ਨੇ, ਉਹ ਮਰੀਆਂ ਹੋਈਆਂ ਨੇ, ਕੰਮ ਵੀ ਕਰ ਰਹੀਆਂ ਨੇ, ਖਾ ਵੀ ਰਹੀਆਂ ਨੇ, ਵੇਖ ਵੀ ਰਹੀਆਂ ਨੇ, ਬੋਲ ਵੀ ਰਹੀਆਂ, ਹੈਣ ਮੁਰਦਾ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਬਸ ਤੂੰ ਵੀ ਉਹਨਾਂ ਮਸ਼ੀਨਾਂ ਵਿੱਚੋਂ ਇੱਕ ਮਸ਼ੀਨ ਹੀ ਬਣ ਗਿਆ। ਜਿਉਣਾ ਹੋਰ ਤੇਰੇ ਅੰਦਰ। ਜਿਉਣਾ ਇਹ ਹੈ ਕਿ ਜਿਹਨੇ ਤੈਨੂੰ ਪੈਦਾ ਕੀਤਾ ਉਹਦੇ ਨਾਲ ਪਿਆਰ, ਉਹਦਾ ਨਾਮ ਤੇਰੇ ਮਨ ਵਿੱਚ ਹੋਵੇ, ਉਹਦੀ ਯਾਦ ਬਣੇ ਤੇਰੇ ਅੰਦਰ, ਤੇ ਫਿਰ ਤੂੰ ਦੋਵਾਂ ਪਾਸੇ ਸੁਹੇਲਾ ਹੋ ਜਾਏਗਾ। ਇੱਕ ਪਾਸੇ ਤੂੰ ਅੰਦਰੋਂ ਜੀ ਪਏਗਾ ਤੇ ਫਿਰ ਉਸ ਜੀਵਨ ਦਾ ਪ੍ਰਭਾਵ ਬਾਹਰ ਵੀ ਬੜਾ ਡੂੰਘਾ ਪਏਗਾ। ਜਿਹੜੀਆਂ ਚੀਜ਼ਾਂ ਮੁਰਦਾ ਨੇ, ਐਸੇ ਬੰਦੇ ਦੇ ਤੇ ਮਕਾਨ ਵੀ ਸਾਧ ਸੰਗਤ ਜਿਉਂਦੇ ਹੋ ਗਏ, ਜਿਹੜਾ ਆਪ ਜਿਉਂ ਪਿਆ। ਉਹਦੇ ਤੇ ਪੱਥਰ ਦੀਆਂ ਕੰਧਾਂ ਵੀ ਜਿਉਣ ਲੱਗ ਪਈਆਂ, ਉੱਥੇ ਵੀ ਹੱਥ ਲਾਓ। ਆਪਾਂ ਅੱਜ ਤੱਕ ਉਹਨਾਂ ਥਾਵਾਂ ਤੇ ਜਾ ਕੇ ਧੂੜ ਮੱਥੇ ਨੂੰ ਲਾਉਂਦੇ ਆ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਨੇ। ਕਿਉਂ?
ਜਿੱਥੇ ਭਗਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਥਾਂ ਤੇ 25-27 ਸਾਲ ਬੈਠੇ ਰਹੇ ਬਾਬੇ ਬਕਾਲੇ, ਅੱਜ ਵੀ ਗੁਰਮੁਖ ਜਾ ਕੇ ਉੱਥੇ ਬਾਣੀ ਪੜ੍ਹਦੇ ਨੇ। ਸਹਾਇਤਾ ਮਿਲਦੀ, ਆਸਰਾ ਮਿਲਦਾ ਹੈ, ਤੇ ਉਹ ਵੀ ਮਿੱਟੀ ਇੱਥੋਂ ਵਰਗੀ। ਜੇ ਤੁਸੀਂ ਪ੍ਰਯੋਗਸ਼ਾਲਾ ਵਿੱਚ ਲੈ ਕੇ ਜਾਓ ਤੇ ਮਿੱਟੀ ਦਾ ਟੈਸਟ ਕਰਾਓ, ਇੱਕੋ ਹੀ ਨਿਕਲੇਗੀ। ਪ੍ਰਯੋਗਸ਼ਾਲਾ ਟੈਸਟ ਇੱਕੋ ਹੀ ਦੱਸ ਦੇਗਾ, ਇਹਨਾਂ ਵਿੱਚ ਕੋਈ ਫਰਕ ਨਹੀਂ। ਪਰ ਸਾਧ ਸੰਗਤ ਫਰਕ ਬੜਾ ਪੈ ਗਿਆ। ਜਿੱਥੇ ਪੈਰ ਟਿਕਣ ਨਾਮੀ ਸਰੀਰ ਦੇ, ਉਹ ਮਿੱਟੀ ਤਾਂ ਆਮ ਮਿੱਟੀ ਵਰਗੀ, ਪਰ ਉਹਦੀ ਤਸਵੀਰ ਬਦਲ ਗਈ, ਜਿਹੜੀ ਮਸ਼ੀਨ ਦੀ ਪਕੜ ਵਿੱਚ ਨਹੀਂ ਆਉਂਦੀ, ਉਹ ਟੈਸਟ ਵਿੱਚ ਨਹੀਂ ਆਉਂਦੀ। ਵਿੱਚ ਵਿਸ਼ੇਸ਼ਤਾ ਕੀ ਹੈ? ਉਹਦਾ ਪ੍ਰਭਾਵ ਵੱਖਰਾ ਹੋ ਗਿਆ, ਉਹਦੇ ਮਕਾਨ ਵੱਖਰੇ ਹੋ ਗਏ। ਇਸ ਲਈ ਮਾਇਆ ਉਸ ਦੇ ਜੀਵਨ ਵਿੱਚੋਂ ਸਦਾ ਵਾਸਤੇ ਵਿਦਾ ਹੋ ਜਾਂਦੀ ਹੈ। ਮਾਇਆ ਵੀ ਨਾਮ ਬਣ ਜਾਂਦੀ ਹੈ, ਮਾਇਆ ਵੀ ਠੰਡੀ ਹੋ ਜਾਂਦੀ ਹੈ। ਸਾਧ ਸੰਗਤ, ਜਿਹਦਾ ਸੁਭਾਅ ਹੀ ਗਰਮ ਹੈ, ਕਬੀਰ ਸਾਹਿਬ ਕਹਿੰਦੇ ਨੇ, ਜਿਹੇ ਜਵਾਲਾ ਜਗ ਜਾਰਿਆ ਸੋ ਜਨ ਕੈ ਉਦਕ ਸਮਾਨ। ਜਵਾਲਾ ਕਹਿੰਦੇ ਨੇ ਅੱਗ ਨੂੰ। ਕਹਿੰਦੇ ਜਿਸ ਅੱਗ ਨੇ ਸਾਰੇ ਸੰਸਾਰ ਨੂੰ ਸਾੜ ਦਿੱਤਾ ਹੈ, ਜਦੋਂ ਕਬੀਰ ਕੋਲ ਆਉਂਦੀ ਹੈ ਤੇ ਪਾਣੀ ਵਰਗੀ ਠੰਡੀ ਲੱਗਦੀ ਹੈ। ਕੌਣ ਹੈ ਉਹ? ਮਾਇਆ ਹੈ। ਇਸ ਲਈ ਮਾਇਆ ਤੋਂ ਕੋਈ ਨਹੀਂ ਬਚਿਆ ਜਿੰਨਾ ਚਿਰ ਕੋਈ ਪਰਮਾਤਮਾ ਵਿੱਚ ਲੀਨ ਨਹੀਂ ਹੋਇਆ। ਇਹਨੇ ਜਪੀ ਤਪੀ ਜੋਗੀ ਸਭ ਫੂਕ ਦਿੱਤੇ। ਜਿੰਨਾ ਚਿਰ ਉਹਦੇ ਵਿੱਚ ਅਸੀਂ ਫਸੇ ਹਾਂ, ਉਹਨਾਂ ਚਿਰ ਅਸੀਂ ਸੀਤਲ ਨਹੀਂ ਹੋ ਸਕਦੇ। ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ। ਜਿਹੇ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ। ਉਦਕ ਕਹਿੰਦੇ ਨੇ ਪਾਣੀ ਨੂੰ। ਜਿਸ ਅੱਗ ਨੇ ਕਹਿੰਦੇ ਸਾਰੀ ਦੁਨੀਆ ਨੂੰ ਸਾੜ ਦਿੱਤਾ, ਕਬੀਰ ਨੂੰ ਅੱਗ ਠੰਡੀ ਲੱਗਦੀ ਹੈ। ਉਹ ਅੱਗ ਠੰਡੀ ਹੋ ਗਈ। ਐਸਾ ਦੀਵਾ ਹੈ ਨਾਮ, ਨਹੀਂ ਤੇ ਦੀਵੇ ਸਾੜਦੇ ਨੇ, ਜਿਹੜਾ ਠੰਡਾ ਕਰਦਾ ਹੈ। ਗੁਰ ਦਾਤਾ ਗੁਰ ਹਿਵੈ ਘਰ। ਹਿਵੈ ਕਹਿੰਦੇ ਨੇ ਬਰਫ਼ ਨੂੰ। ਗੁਰੂ ਇੱਕ ਬਰਫ਼ ਦਾ ਘਰ ਹੈ। ਗੁਰ ਦਾਤਾ ਗੁਰ ਹਿਵੈ ਘਰ। ਉਹਦੇ ਵਿੱਚ ਦੋ ਗੁਣ ਹੁੰਦੇ ਨੇ ਬਰਫ਼ ਵਿੱਚ। ਬਰਫ਼ ਦੇ ਦੂਰ ਰਹੀਏ ਤੇ ਠੰਡੀ ਲੱਗਦੀ ਏ। ਜਿਹੜੇ ਬਰਫ਼ ਜਿਨ੍ਹਾਂ ਦੇਸ਼ਾਂ ਵਿੱਚ ਪੈਂਦੀ, ਪਹਿਲਾਂ ਕੋਈ ਸਾਧਨ ਨਹੀਂ ਸੀ ਹੀਟ ਦਾ, ਗਰਮੀ ਦਾ। ਹੁਣ ਤੇ ਬੜਾ ਕੁਝ ਬਣਿਆ। ਉਹ ਫਿਰ ਕੀ ਕਰਦੇ ਸਨ? ਬਰਫ਼ ਦਾ ਇੱਕ ਵਿਗਿਆਨ, ਉਹ ਬਰਫ਼ ਦੇ ਘਰ ਬਣਾ ਕੇ ਉਹਦੇ ਵਿੱਚ ਰਹਿਣ ਲੱਗ ਪੈਂਦੇ ਸਨ। ਤੇ ਜਦੋਂ ਕੋਈ ਬਰਫ਼ ਦੇ ਘਰ ਦੇ ਵਿੱਚ ਰਹਿੰਦਾ, ਉਹਦਾ ਤਾਪਮਾਨ ਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ, ਉਹਦੇ ਵਿੱਚੋਂ ਨਿੱਘ ਮਿਲਦਾ। ਇੱਕ ਖਾਸ ਡਿਗਰੀ ਤੇ ਆ ਕੇ ਉਹ ਗਰਮ ਹੋ ਜਾਂਦੀ। ਕਹਿੰਦੇ ਨੇ ਗੁਰੂ ਜੇ ਤੇ ਦੂਰ ਰਹੇਗਾ ਤੇ ਲੱਗੇਗਾ ਵੀ ਕੁਝ ਵੀ ਨਹੀਂ ਗੁਰੂ ਕੋਲ। ਦੂਰੋਂ ਦੂਰੋਂ ਵੇਖੇਗਾ ਕੀ ਹੈ, ਉਦਾਸੀ ਏ, ਨੀਂਦ ਆ ਜਾਂਦੀ ਏ। ਇੰਜ ਲੱਗੇਗਾ ਜਿਹੜੇ ਮਜਬੂਰ ਜਿਹੇ ਬੰਦੇ ਨੇ ਉਹ ਨੇ ਬਾਣੀ ਪੜ੍ਹਦੇ, ਫਸੇ ਹੋਏ ਨੇ ਵਿਚਾਰੇ। ਜਿੰਨਾ ਚਿਰ ਦੂਰੋਂ ਵੇਖਾਂਗੇ, ਬੜੇ ਲੋਕ ਵਹਿੰਦੇ ਨੇ ਦੂਰੋਂ, ਬੜੇ ਲੋਕ ਵਹਿੰਦੇ ਨੇ। ਸੱਚ ਜਾਣੋ, ਸਿੱਖ ਧਰਮ ਵਿਗਿਆਨਕ ਸੀ, ਵਿਗਿਆਨਕ ਹੈ, ਇਹਦੇ ਵਿੱਚ ਬੜਾ ਵਿਗਿਆਨ ਹੈ। ਪਰ ਅਸੀਂ ਸਿੱਖ ਧਰਮ ਨੂੰ ਵੀ ਉਸੇ ਤਰ੍ਹਾਂ ਸਮਝ ਲਿਆ ਜਿਵੇਂ ਪੁਰਾਣੇ ਧਰਮਾਂ ਜਿਨ੍ਹਾਂ ਵਿੱਚੋਂ ਕੱਢਿਆ ਸੀ। ਵੇਦੀ ਵੇਦ ਪੜ੍ਹ ਰਿਹਾ, ਪਾਠੀ 4 ਵੇਦ ਪੜ੍ਹਦਾ, ਪੰਡਤ ਜੀ ਬੁਲਾਏ ਨੇ, ਉਹ ਸੰਸਕ੍ਰਿਤ ਪੜ੍ਹੀ ਜਾਂਦੇ ਨੇ। ਸੁਣਨ ਵਾਲਿਆਂ ਨੂੰ ਪਤਾ ਵੀ ਨਹੀਂ ਕੀ ਕੰਮ, ਤੇ ਅਸੀਂ ਵੀ ਉਹੀ ਫੜ ਲਿਆ। ਅਸੀਂ ਵੀ ਕਹਿੰਦੇ ਹਾਂ ਅਖੰਡ ਪਾਠ ਕਰਾਉਣਾ ਤੇ ਗੁਰੂ ਨੂੰ ਘਰੋਂ ਘੱਲ ਦੇਣਾ ਪਰਤ ਕੇ, ਕੋਈ ਉਹ ਜੀਵਨ ਵਿੱਚ ਉਪਦੇਸ਼ ਨਹੀਂ ਧਾਰਨ ਕਰਨਾ। ਅਸੀਂ ਵੀ ਉਹ ਪ੍ਰਬੰਧ ਕਰ ਰਹੇ ਹਾਂ। ਲੋਕ ਸੋਚਦੇ ਨੇ ਇਹ ਤੇ ਵਿਹਲੇ ਲੋਕਾਂ ਦਾ ਕੰਮ, ਅੱਕੇ ਹੋਏ ਲੋਕਾਂ ਦਾ ਕੰਮ ਹੈ, ਜਿਨ੍ਹਾਂ ਨੂੰ ਹੋਰ ਨਹੀਂ ਕੰਮ ਮਿਲਦਾ। ਉਹ ਕਹਿੰਦੇ ਇੱਧਰ ਤੁਰੇ, ਦੂਜਾ ਕਿਉਂ ਆਏ? ਪਰ ਇਹ ਦੂਰੋਂ ਵੇਖ ਰਹੇ ਤਾਂ ਲੱਗਦਾ ਹੈ। ਦੂਰੋਂ ਵੇਖੀਏ ਤੇ ਇਸੇ ਤਰ੍ਹਾਂ ਹੀ ਲੱਗੇਗਾ। ਗੁਰੂ ਗੁਰਬਾਣੀ, 5 ਬਾਣੀਆਂ, 5 ਕਕਾਰ, ਗੁਰੂ ਕਾ ਉਪਦੇਸ਼, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਕੀਰਤਨ ਕਥਾ, ਇਹ ਦੂਰੋਂ ਦੂਰੋਂ ਵਹਿੰਦੇ ਰਵਾਂਗੇ ਤੇ ਸਾਧ ਸੰਗਤ ਵੈਸੇ ਹੀ ਲੱਗੇਗਾ ਜਿਵੇਂ ਬਰਫ਼ ਲੱਗਦੀ। ਗੁਰ ਦਾਤਾ ਗੁਰ ਹਿਵੈ ਘਰ। ਹਿਵ ਦੇ ਅਰਥ ਨੇ ਬਰਫ਼। ਪਰ ਕਹਿੰਦੇ ਸੱਜਣਾ ਥੋੜਾ ਜਿਹਾ ਨੇੜੇ ਤੇ ਆ ਕੇ ਵੇਖ। ਨੇੜੇ ਆਏਗਾ ਤੇ ਫਿਰ ਪਤਾ ਲੱਗੇਗਾ ਇਹਦੇ ਵਿੱਚ ਕਿਹੜਾ ਸਰੂਰ ਹੈ, ਕਿਹੜਾ ਰਸ ਹੈ, ਕਿਹੜਾ ਆਨੰਦ ਹੈ। ਇਹ ਤੇ ਛੋਟਾ ਜਿਹਾ ਸਿਧਾਂਤ ਹੈ। ਸਾਧ ਸੰਗਤ ਹੈ ਤੇ ਝੂਠੀ ਸ਼ਰਾਬ,
ਝੂਠਾ ਨਸ਼ਾ, ਜਦੋਂ ਕੋਈ ਸ਼ਰਾਬ ਪੀਂਦਾ ਹੈ ਤੇ ਤੁਸੀਂ ਵੇਖਿਆ ਹੋਵੇਗਾ ਅੱਖਾਂ ਬੰਦ ਕਰਕੇ ਬੜਾ ਮੂੰਹ ਤੇ ਵੱਟ ਜਿਹਾ ਪਾ ਕੇ ਪੀਂਦਾ ਹੈ। ਪੁੱਛੋ ਜੀ ਕਿਉਂ? ਕਹਿੰਦੇ ਕੌੜਾ ਬਹੁਤ ਹੈ। ਕੌੜਾ ਤੇ ਬਹੁਤ ਹੈ, ਫਿਰ ਪੀਂਦੇ ਕਿਉਂ? ਕਹਿਣ ਲੱਗੇ ਇੱਕ ਵਾਰੀ ਕੌੜਾ ਲੱਗਦਾ, ਫਿਰ ਜਦੋਂ ਅੰਦਰ ਜਾਂਦਾ ਹੈ ਥੋੜੇ ਜਿਹਾ ਫੁਰਨੇ ਰੁਕ ਜਾਂਦੇ ਨੇ, ਖੁਸ਼ੀ ਕਹਿੰਦੇ ਆਉਂਦੀ ਹੈ। ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਖੁਸ਼ੀ ਲਿਆਉਣ ਵਾਲੀ ਚੀਜ਼ ਹੈ, ਸਿਰਫ ਉਦਾਹਰਨ ਦੇ ਰਿਹਾ ਕਿ ਉਹਦੀ ਵੀ ਸ਼ੁਰੂਆਤ ਕੌੜੇਪਣ ਤੋਂ ਹੈ। ਬੰਦੇ ਨੂੰ ਪਤਾ ਇਸ ਕੌੜੇਪਣ ਤੋਂ ਅੱਗੇ ਕੀ ਆਏਗਾ। ਤੇ ਜਿਹੜਾ ਏਡਾ ਵੱਡਾ ਰਸ ਹੈ ਜਿਹਦੇ ਅੱਗੇ ਸਾਰੀ ਦੁਨੀਆ ਦੇ ਰਸ ਫਿੱਕੇ ਪੈ ਜਾਂਦੇ ਨੇ, ਉਹਦੀ ਸ਼ੁਰੂਆਤ ਮਿੱਠੀ ਹੋਵੇ ਕਿਵੇਂ ਹੋ ਸਕਦਾ ਹੈ? ਉਹਦੀ ਸ਼ੁਰੂਆਤ ਕੌੜੀ ਹੁੰਦੀ ਹੈ। ਆ ਜਿਹੜਾ ਥੋੜਾ ਜਿਹਾ ਸਾਨੂੰ ਲੱਗਦਾ, ਉਹ ਤੇ ਗੁਰੂ ਕਈ ਵਾਰੀ ਕਿਰਪਾ ਕਰਕੇ ਵਿਖਾਉਂਦਾ ਹੈ ਵੀ ਇਹਦਾ ਭਰੋਸਾ ਵੱਜ ਜਾਏ ਵੀ ਇਹਦੇ ਵਿੱਚ ਵੀ ਮਿਠਾਸ ਹੈ। ਇਸ ਲਈ ਕਹਿੰਦੇ ਨੇੜੇ ਆ ਕੇ ਵੇਖ। ਜਿੱਦਣ ਤੂੰ ਨੇੜੇ ਆ ਕੇ ਵੇਖਿਆ ਉਦਣ ਤੇ ਭਿਖਾਰੀ ਦਿਸਣਗੇ ਬਾਦਸ਼ਾਹ ਵੀ। ਉਦਣ ਤੇ ਹੱਸਦੇ ਹੋਏ ਲੋਕਾਂ ਦੇ ਵਿੱਚੋਂ ਕਿਸੇ ਗਹਿਰੇ ਦੁੱਖ ਦੀ ਖਬਰ ਮਿਲਣੀ ਸ਼ੁਰੂ ਹੋ ਜਾਏਗੀ ਸੰਸਾਰ ਵਿੱਚੋਂ ਕਿ ਜਿਹੜੇ ਹੱਸ ਰਹੇ ਨੇ ਇਹ ਹੱਸ ਨਹੀਂ ਰਹੇ। ਪਤਾ ਲੱਗ ਜਾਏਗਾ ਉਸ ਦਿਨ ਤੇ ਸ਼ਹਿਨਾਈਆਂ ਵਿੱਚੋਂ, ਵਾਜਿਆਂ ਦੇ ਵਿੱਚੋਂ ਬਹੁਤ ਕੁਝ ਹੋਰ ਦਿਸੇਗਾ ਕਿ ਇਹ ਸ਼ਹਿਨਾਈਆਂ ਤੇ ਵਾਜੇ ਕਈ ਵਾਰੀ ਵੱਜੇ, ਅਖੀਰ ਨੂੰ ਖਤਮ ਹੋ ਗਏ। ਫਿਰ ਬੰਦਾ ਕਿਸੇ ਉੱਚੇ ਸੰਗੀਤ ਦੀ ਖੋਜ ਕਰ ਲੈਂਦਾ ਹੈ ਜਿਸ ਦੀ ਤਾਰ ਵਾਰ-ਵਾਰ ਨਹੀਂ ਕੱਸਣੀ ਪੈਂਦੀ, ਜੋ ਕੱਸੀ ਹੋਈ ਰਹਿੰਦੀ ਹੈ। ਉਸ ਦੁਨੀਆ ਦੀ ਖੋਜ ਕਰਨ ਲੱਗ ਪੈਂਦਾ ਹੈ ਜਿੱਥੇ ਸਾਜ਼ ਨਹੀਂ ਲਿਆਉਣੇ ਪੈਂਦੇ, ਜਿਸ ਥਾਂ ਤੇ ਉਪਰਾਲਾ ਨਹੀਂ ਕਰਨਾ ਪੈਂਦਾ, ਜਿੱਥੇ ਇਹ ਨਹੀਂ ਖਤਰਾ ਰਹਿੰਦਾ ਕਿ ਇਹ ਸਾਰਾ ਕੁਝ ਕਿਤੇ ਖਤਮ ਨਾ ਹੋ ਜਾਏ। ਉਹਨੂੰ ਕਹਿੰਦੇ ਨੇ ਅਖੀਰਲੀ ਮੰਜ਼ਿਲ ਜੀਵਨ ਦੀ। ਉਹਨੂੰ ਪ੍ਰਾਪਤ ਕਰਨ ਦਾ ਤਰੀਕਾ ਹੀ ਤੇ ਗੁਰੂ ਸਾਹਿਬ ਨੇ ਦੱਸਿਆ। ਇਸ ਕਰਕੇ ਗੁਰ ਦੀਪਕ ਤਿਹ ਲੋਏ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ। ਜੋ ਕੁਝ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ, ਤਨ ਹੈ, ਧਨ ਹੈ, ਧਾਮ ਹੈ। ਤਿੰਨ ਚੀਜ਼ਾਂ ਉਹਨੇ ਤੈਨੂੰ ਦਿੱਤੀਆਂ। ਤਨ ਦਿੱਤਾ, ਧਨ ਦਿੱਤਾ ਤੇ ਧਾਮ ਦਿੱਤਾ। ਧਾਮ ਦੇ ਅਰਥ ਨੇ ਘਰ। ਰਾਮ ਨਾਮ ਪਰਮ ਧਾਮ। ਇਹ ਪਰਮ ਧਾਮ ਦੇ ਦਿੱਤਾ। ਹੁਣ ਇਹ ਘਰ ਦੇ ਵਿੱਚੋਂ ਵੀ ਕਿਸੇ ਹੋਰ ਘਰ ਦੀ ਖਬਰ ਮਿਲਣ ਲੱਗ ਪਈ। ਹੁਣ ਇਸ ਮਾਇਆ ਦੇ ਵਿੱਚੋਂ ਵੀ ਪਰਮਾਤਮਾ ਦੀ ਸੁਗੰਧੀ ਆਉਣ ਲੱਗ ਪਈ। ਹੁਣ ਇਹ ਜਿਹੜਾ ਸਰੀਰ ਬਾਹਰੋਂ ਲੱਗਦਾ ਸੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾਲ ਭਰਿਆ ਹੋਇਆ, ਈਰਖਾ ਦਵੈਸ਼ ਨਾਲ ਹੀ ਭਰਿਆ ਹੋਇਆ, ਇਸੇ ਹੀ ਸਰੀਰ ਦੇ ਵਿੱਚੋਂ ਜਦੋਂ ਗੁਰਸਿੱਖ ਨੇ ਗੁਰੂ ਚਰਨਾਂ ਵਿੱਚ ਜੁੜ ਕੇ ਗੁਰੂ ਦੇ ਹੁਕਮ ਵਿੱਚ ਰਹਿ ਕੇ ਜੀਵਨ ਦੀ ਕਮਾਈ ਕੀਤੀ, ਇਸ ਸਰੀਰ ਵਿੱਚੋਂ ਪ੍ਰੇਮ ਦੀ ਇੱਕ ਲਾਟ ਨਿਕਲੀ। ਪ੍ਰੇਮ ਦੀ ਦੁਨੀਆ ਸ਼ੁਰੂ ਹੋ ਗਈ। ਪਰਮਾਤਮਾ ਦੇ ਰਸਤੇ ਖੁੱਲ ਗਏ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਇਸ ਬਚਨ ਵਿੱਚ ਇੱਕ ਬੜਾ ਵੱਡਾ ਆਪਣੀ ਜ਼ਿੰਦਗੀ ਦਾ ਗਹਿਰਾ ਵਿਗਿਆਨ ਦੱਸ ਰਹੇ ਨੇ। ਤਨ ਧਨ ਜਿਹ ਤੋ ਕੋ ਦਿਓ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਧਨ ਤੋਂ ਦੌੜੀ ਨਾ, ਭੱਜੀ ਨਾ, ਤਨ ਤੋਂ ਵੀ ਭੱਜੀ ਨਾ। ਇਹਦੇ ਵਿੱਚ ਵੇਖ ਕੀ ਹੈ, ਇਹਦਾ ਇਸਤੇਮਾਲ ਕਰ, ਇਹਨੂੰ ਵਰਤ ਚੰਗੀ ਤਰ੍ਹਾਂ, ਇਹਦੇ ਵਿੱਚੋਂ ਉਹਦੀ ਖੋਜ ਕਰ। ਪਦਾਰਥ ਦੇ ਵਿੱਚੋਂ ਪਰਮਾਤਮਾ ਲੱਭ। ਵੇਖ ਇਹ ਬਣਾਇਆ ਕਿੰਨੇ ਹੈ, ਇਹਦਾ ਕਰਤਾ ਕੌਣ ਹੈ, ਕੌਣ ਹੈ ਘੜਨ ਵਾਲਾ। ਆਖਰ ਤੇ ਜੋ ਚੀਜ਼ ਬਣੀ ਹੈ ਉਹਦਾ ਕੋਈ ਬਣਾਉਣ ਵਾਲਾ ਹੈ। ਅੱਜ ਤੱਕ ਕੋਈ ਚਿੱਤਰ ਐਸਾ ਹੈ ਧਰਤੀ ਤੇ ਜਿਹਦੇ ਪਿੱਛੇ ਇੱਕ ਚਿੱਤਰਕਾਰ ਦੇ ਹੱਥ ਨਹੀਂ। ਚਿੱਤਰਕਾਰ ਹੈ ਤੇ ਤਾਂ ਚਿੱਤਰ ਹੈ। ਅੱਜ ਤੱਕ ਕੋਈ ਮੂਰਤੀ ਐਸੀ ਵੇਖੀ ਜਿਸ ਮੂਰਤੀ ਦੇ ਪਿੱਛੇ ਮੂਰਤੀਕਾਰ ਨਾ ਹੋਵੇ। ਉਹ ਦਿਸ ਪਏਗਾ ਜਿਹਦੀ ਅੱਖ ਖੁੱਲੀ ਹੈ। ਜੇ ਤੇ ਕੋਈ ਸੁੱਤਾ ਹੈ ਫਿਰ ਤਾਂ ਕੱਲੀ ਮੂਰਤੀ ਦਿਸੇਗੀ। ਮੂਰਤੀ ਵੇਖ ਆਇਆ, ਬਹੁਤ ਸੋਹਣੀ ਹੈ, ਫੁੱਲ ਵੀ ਪਾ ਹੁੰਦੇ ਨੇ ਲੋਕ, ਚੌਂਕ ਵਿੱਚ ਮੂਰਤੀ ਖੜੀ ਹੁੰਦੀ, ਉਹਨੂੰ ਸਿਰਫ ਮੂਰਤੀ ਦਿਸੀ। ਜਿਹਦਾ ਮਨ ਜਾਗਿਆ ਸੀ ਉਹਨੇ ਮੂਰਤੀ ਦੇ ਪਿੱਛੇ ਮੂਰਤੀਕਾਰ ਨੂੰ ਵੇਖਿਆ, ਜਿਹਨੇ ਮੂਰਤੀ ਘੜੀ ਹੈ, ਬਣਾਈ ਹੈ।
ਜਿਹੜਾ ਸੁੱਤਾ ਹੋਇਆ ਉਹਨੂੰ ਤੇ ਸੰਸਾਰ ਵਿੱਚੋਂ ਸੰਸਾਰ ਹੀ ਦਿਸੇਗਾ ਵੀ ਆ ਜਿਹੜੇ ਸਰੀਰ ਨੇ ਘੜੇ ਨੇ, ਸਰੀਰ ਵੇਖੋ ਕਿੰਨੇ ਸੋਹਣੇ ਨੇ, ਕੋਈ ਕਿਹੜੇ ਰੰਗ ਦਾ, ਕੋਈ ਕਿਹੜੇ ਰੰਗ ਦਾ। ਉਹਨੂੰ ਤੇ ਇਥੋਂ ਇਹ ਦਿਸੇਗਾ, ਉਹ ਕਹੇਗਾ ਸੰਸਾਰ ਹੈ ਹੀ ਕੀ ਆ, ਵੇਖੋ ਸਾਹਮਣੇ ਹੈ ਸੰਸਾਰ। ਧਰਮੀ ਬੰਦੇ ਦੀ ਕੀ ਨਿਸ਼ਾਨੀ ਹੈ? ਉਹਦੀ ਅੱਖ ਖੁੱਲ ਗਈ, ਉਹਨੇ ਇਹ ਵੇਖਿਆ ਵੀ ਸੰਸਾਰ ਤੇ ਬੜਾ ਸੋਹਣਾ ਹੈ, ਇਹਦੇ ਪਿੱਛੇ ਕੋਈ ਖੜਾ ਜਿਹਨੇ ਇਹਨੂੰ ਬਣਾਇਆ ਹੈ, ਕੋਈ ਬਣਾਉਣ ਵਾਲਾ। ਜਿਹਨੂੰ ਬਣਾਉਣ ਵਾਲਾ ਲੱਭ ਗਿਆ, ਬਣੀ ਹੋਈ ਚੀਜ਼ ਉਹਦੇ ਹੱਥਾਂ ਵਿੱਚ ਆ ਗਈ। ਬਣਾਉਣ ਵਾਲਾ ਮਿਲ ਗਿਆ, ਬਣੀ ਹੋਈ ਚੀਜ਼ ਉਹਦੇ ਹੱਥਾਂ ਵਿੱਚ ਆ ਗਈ। ਅਸੀਂ ਬਣੀਆਂ ਹੋਈਆਂ ਚੀਜ਼ਾਂ ਨੂੰ ਪਕੜਨ ਦਾ ਯਤਨ ਕਰਨੇ ਆ, ਬਣਾਉਣ ਵਾਲੇ ਨੂੰ ਪਾਸੇ ਕਰਨਾ ਚਾਹੁੰਦੇ ਆ। ਇਸ ਕਰਕੇ ਕਈ ਜਨਮ ਹੋ ਗਏ ਵਸਤੂਆਂ ਨੂੰ ਫੜਦਿਆਂ, ਫਿਰ ਛੁੱਟ ਜਾਂਦੀਆਂ ਨੇ। ਕਈ ਜਨਮ ਲੰਘ ਗਏ ਪਕੜਦਿਆਂ, ਫਿਰ ਹੱਥਾਂ ਵਿੱਚੋਂ ਨਿਕਲ ਗਈਆਂ ਸਾਰੀਆਂ ਚੀਜ਼ਾਂ। ਕਈ ਵਾਰੀ ਪਰਿਵਾਰ ਨੂੰ ਪਕੜਿਆ, ਕਈ ਵਾਰੀ ਜਾਇਦਾਦ ਨੂੰ ਪਕੜਿਆ, ਕਈ ਵਾਰੀ ਕਈ ਚੀਜ਼ਾਂ ਨੂੰ ਫੜ ਕੇ ਰੱਖਿਆ ਵੀ ਹੱਥੋਂ ਨਾ ਨਿਕਲ ਜਾਣ। ਗਲਤੀ ਕੀ ਕਰ ਲਈ? ਬਣਾਉਣ ਵਾਲੇ ਨੂੰ ਨਹੀਂ ਫੜਿਆ। ਜਿਨ੍ਹਾਂ ਨੇ ਬਣਾਉਣ ਵਾਲੇ ਦੇ ਚਰਨ ਫੜ ਲਏ, ਬਣਿਆ ਹੋਇਆ ਸੰਸਾਰ ਉਹਨਾਂ ਦੇ ਪੈਰਾਂ ਵਿੱਚ ਆ ਕੇ ਖੜਾ ਹੋ ਗਿਆ। ਇਹ ਜਿਉਂਦੇ ਹੋਏ ਮਨੁੱਖ ਨਹੀਂ। ਧਰਮ ਇਕੱਲੇ ਮਨੁੱਖਾਂ ਤੱਕ ਸੀਮਤ ਨਹੀਂ, ਖਿਆਲ ਰੱਖਣਾ। ਇਹ ਬੰਦੇ ਦਾ ਆਪਣਾ ਹੰਕਾਰ ਹੈ। ਵੈਸੇ ਧਰਮੀ ਉਹ ਖੁਦ ਵੀ ਨਹੀਂ। ਧਰਮ ਸਿਰਫ ਮਨੁੱਖੀ ਜਾਮੇ ਤੱਕ ਸੀਮਤ ਨਹੀਂ, ਗੁਰੂ ਦੀ ਕਿਰਪਾ ਵੀ ਇਕੱਲੇ ਮਨੁੱਖਾਂ ਤੱਕ ਸੀਮਤ ਨਹੀਂ। ਆਹ ਭੱਟਾਂ ਦੇ ਸਵਈਏ ਪੜ੍ਹੋ, ਜਿਸ ਵੇਲੇ ਭੱਟ ਜ਼ਿਕਰ ਕਰਦੇ ਨੇ, ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਸੋ ਅਰਜਨ ਮਾਹੇ ਧਰੀ। ਗੁਰੂ ਅਰਜਨ ਦੇਵ ਜੀ ਵਿੱਚ ਜੋਤ ਟਿਕਾਈ ਕਾਹਦੇ ਵਾਸਤੇ? ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਕੱਲੀ ਸੰਗਤ ਨਹੀਂ, ਸ੍ਰਿਸ਼ਟੀ ਵੀ ਸੰਗਤ ਹੈ ਗੁਰੂ ਦੀ। ਸ੍ਰਿਸ਼ਟੀ ਦਾ ਅਰਥ ਹੈ ਸਾਰੇ ਜੀਵ, ਦਿਸਦੀ ਅਣਦਿਸਦੀ ਦੁਨੀਆ। ਅਸੀਂ ਤੇ ਇੱਥੋਂ ਤੱਕ ਸੀਮਤ ਹਾਂ ਵੀ ਅਸੀਂ ਜੇ ਗੁਰੂ ਕੋਲੋਂ ਕੋਈ ਚੀਜ਼ ਮਿਲ ਵੀ ਜਾਏ ਤੇ ਲੁਕਾ ਕੇ ਰੱਖਣੇ, ਹੋਰ ਨਾ ਕੋਈ ਲੈ ਜਾਏ, ਕਿਉਂਕਿ ਜੇ ਹੋਰ ਕੋਈ ਲੈ ਗਿਆ ਤੇ ਮੇਰਾ ਕੀ ਮੁੱਲ ਰਿਹਾ। ਬੰਦੇ ਦੇ ਗਹਿਰੇ ਮਨ ਵਿੱਚ ਇੱਕ ਰੋਗ ਹੈ ਕਿ ਉਹ ਰੱਬ ਕੋਲੋਂ ਵੀ ਜਿਹੜੀਆਂ ਪ੍ਰਾਪਤੀਆਂ ਕਰਨੀਆਂ ਚਾਹੁੰਦਾ, ਗੁਰੂ ਕੋਲੋਂ ਵੀ ਜੋ ਕੁਝ ਲੈਂਦਾ ਹੈ, ਉੱਥੇ ਇੱਕ ਰੋਗ ਟਿਕਿਆ ਰਹਿੰਦਾ ਹੈ। ਉਹ ਕਹਿੰਦਾ ਹੁਣ ਹੋਰ ਕੋਈ ਨਾ ਲੈ ਜਾਏ, ਜੇ ਹੋਰ ਕਿਸੇ ਨੂੰ ਮਿਲ ਗਈ ਤੇ ਮੇਰੀ ਵੀ ਛੋਟੀ ਪੈ ਜਾਏਗੀ। ਸਵਾਦ ਤੇ ਤਾਂ ਹੈ ਜੇ ਮੈਨੂੰ ਮਿਲੇ, ਤੇ ਬਸ ਮੈਨੂੰ ਮਿਲੇ। ਇਸ ਕਰਕੇ ਪਰਮਾਤਮਾ ਦਾ ਐਸੇ ਧਰਮਾਂ ਨਾਲ ਕੋਈ ਵਾਸਤਾ ਨਹੀਂ, ਕੋਈ ਲੈਣਾ ਦੇਣਾ ਨਹੀਂ ਹੈ। ਪਰਮਾਤਮਾ ਅਧਿਕਾਰ ਕਰਨ ਵਾਲੀ ਬਿਰਤੀ ਦੇ ਨੇੜਿਓਂ ਵੀ ਨਹੀਂ ਲੰਘਿਆ ਕਦੀ, ਜਿਹੜਾ ਚਾਹੁੰਦਾ ਮੈਂ ਹੀ ਬਣਾ, ਹੋਰ ਕੋਈ ਰਵੇ ਨਾ। ਅਸੀਂ ਅੱਜ ਤੱਕ ਹਰਨਾਕਸ਼ ਨੂੰ ਦੈਂਤ ਕਹਿੰਦੇ ਰਹੇ ਹਾਂ, ਅੱਜ ਵੀ ਵਾਰਤਾ ਵਿੱਚ ਕਹਿੰਦੇ ਹਾਂ। ਗੁਰਬਾਣੀ ਵਿੱਚ ਉਹਨੂੰ ਦੁਸ਼ਟ ਕਿਹਾ, ਬੜਾ ਵੱਡਾ ਦੁਸ਼ਟ ਹੈ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹਰਨਾਕਸ਼ ਪਾਪੀ ਹੈ, ਹਰਨਾਕਸ਼ ਦੁਸ਼ਟ ਹੈ। ਆਏ ਸਾਲ ਰਾਵਣ ਨੂੰ ਵੀ ਗਾਲਾਂ ਕੱਢਦੇ ਆ, ਹਰਨਾਕਸ਼ ਨੂੰ ਵੀ। ਕਿਉਂ? ਕੀ ਕਮੀ ਆ ਗਈ ਹਰਨਾਕਸ਼ ਦੇ ਵਿੱਚ? ਕੀ ਨੁਕਸ ਪੈ ਗਿਆ? ਹਰਨਾਕਸ਼ ਵਿੱਚ ਇਹੀ ਤੇ ਨੁਕਸ ਪਿਆ ਸੀ ਕਿ ਜਲ ਹਰਨਾਕਸ਼, ਥਲ ਹਰਨਾਕਸ਼। ਇਹਦੇ ਕੀ ਅਰਥ ਨੇ? ਹਰਨਾਕਸ਼ ਕਹਿੰਦਾ ਸੀ ਜਿੱਥੇ ਜਾਵਾਂ ਮੈਂ ਹੀ ਹੋਵਾਂ, ਮੇਰੇ ਬਰਾਬਰ ਦੂਜਾ ਨਹੀਂ ਹੋਣਾ ਚਾਹੀਦਾ, ਕੋਈ ਪਰਮਾਤਮਾ ਨਹੀਂ ਹੈ। ਇਹ ਸੀ ਨੁਕਸ ਉਹਦੇ ਵਿੱਚ। ਹਰਨਾਕਸ਼ ਤੇ ਮਰ ਗਿਆ, ਮਰ ਕੇ ਕਈਆਂ ਨੂੰ ਚੰਬੜਿਆ ਹੋਇਆ ਹੈ। ਬਹੁਤੇ ਲੋਕ ਇਹ ਕਹਿੰਦੇ ਨੇ ਜਿੱਥੇ ਮੈਂ ਹਾਂ ਦੂਜਾ ਕਿਉਂ, ਮੈਂ ਹੀ ਹੋਣਾ ਚਾਹੀਦਾ, ਬਸ ਹੋਰ ਹੋਣਾ ਹੀ ਨਹੀਂ ਚਾਹੀਦਾ। ਇਹ ਹਰਨਾਕਸ਼ ਬਿਰਤੀ ਹੈ। ਹਰਨਾਕਸ਼ ਦਾ ਸਰੀਰ ਮਰ ਗਿਆ, ਬਿਰਤੀ ਨਹੀਂ ਮਰੀ। ਬਿਰਤੀ ਕਈਆਂ ਵਿੱਚ ਫਿਰ ਪੈਦਾ ਹੋ ਗਈ, ਜਨਮ ਲੈ ਲਿਆ। ਮਨੁੱਖ ਚਾਹੁੰਦਾ ਮੈਂ ਹੀ ਹਾਂ, ਬਸ ਹੋਰ ਕੋਈ ਹੈ ਹੀ ਨਹੀਂ। ਜਿੱਥੇ ਇਹ ਹਰਨਾਕਸ਼ ਬਿਰਤੀ ਹੈ ਉੱਥੇ ਪ੍ਰਹਿਲਾਦ ਕਿੱਥੇ, ਤੇ ਜਿੱਥੇ ਪ੍ਰਹਿਲਾਦ ਨਹੀਂ ਉੱਥੇ ਪਰਮਾਤਮਾ ਕਿੱਥੇ ਹੈ। ਜਿੱਥੇ ਪ੍ਰਹਿਲਾਦ ਨਹੀਂ ਉੱਥੇ ਪਰਮਾਤਮਾ ਕਿੱਥੇ ਆਵੇਗਾ? ਹਰਨਾਕਸ਼ ਕੋਲ ਕਿੱਥੇ ਪਰਮਾਤਮਾ ਹੈ? ਇਸ ਕਰਕੇ ਇਹ ਬਚਨ ਕੀਤੇ ਕਿ ਇਸ ਪਦਾਰਥ ਦੇ ਵਿੱਚੋਂ ਵੇਖ, ਇਹਦੇ ਪਿੱਛੇ ਕੋਈ ਹੱਥ ਨੇ, ਕਿਸੇ ਬਣਾਉਣ ਵਾਲੇ ਦੇ ਹੱਥ ਟਿਕੇ ਹੋਏ ਨੇ।
ਸਾਹਿਬ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ। ਕਹਿਣ ਲੱਗੇ ਤਨ ਧਨ ਜਿਹੇ ਤੋ ਕੋ ਦਿਓ। ਇਹ ਸਾਰਾ ਕੁਝ ਦਿੱਤਾ ਹੈ, ਇਹ ਸਾਰਾ ਕੁਝ ਤੈਨੂੰ ਬਣਾ ਕੇ ਸਵਾਰ ਕੇ ਪਰਮਾਤਮਾ ਨੇ ਦੇ ਦਿੱਤਾ। ਹਜ਼ੂਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਸਾਹਿਬ ਕਹਿੰਦੇ ਤਨ ਧਨ ਤਿਹ ਕੋ, ਤਨ ਧਨ ਜਿਹੇ ਤੋ ਕੋ ਦਿਓ, ਤਾਂ ਸਿਉ ਨੇਹੋ ਨਾ ਕੀਨ। ਜਿਸ ਪਰਮਾਤਮਾ ਨੇ ਤੈਨੂੰ ਸਰੀਰ ਦਿੱਤਾ ਹੈ, ਮਾਇਆ ਦਿੱਤੀ ਹੈ, ਉਹਦੇ ਨਾਲ ਕਦੀ ਤੂੰ ਪਿਆਰ ਨਹੀਂ ਕੀਤਾ, ਸਨੇਹ ਨਹੀਂ ਕੀਤਾ, ਪ੍ਰੀਤ ਨਹੀਂ ਪਾਈ। ਕਹੋ ਨਾਨਕ ਨਰ ਬਾਵਰੇ, ਅਬ ਕਿਉਂ ਡੋਲਤ ਦੀਨ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਹੇ ਬਾਵਰੇ ਮਨੁੱਖ, ਕਮਲੇ ਮਨੁੱਖ, ਅਬ ਕਿਉਂ ਡੋਲਤ ਦੀਨ। ਦੀਨ ਦਾ ਅਰਥ ਹੈ ਕਮਜ਼ੋਰ। ਇੱਥੇ ਕਈ ਥਾਵਾਂ ਤੇ ਦੀਨ ਦੇ ਅਰਥ ਨੇ ਧਰਮ, ਇੱਥੇ ਦੀਨ ਦੇ ਅਰਥ ਨੇ ਕਮਜ਼ੋਰ। ਹੁਣ ਤੂੰ ਪਦਾਰਥਾਂ ਨਾਲ ਪਿਆਰ ਕਰ ਕਰਕੇ ਦੇਣ ਵਾਲੇ ਨੂੰ ਭੁਲਾ ਕੇ ਕਮਜ਼ੋਰ ਹੋ ਗਿਆ, ਕਮਜ਼ੋਰੀ ਆ ਗਈ, ਬੁਢੇਪਾ ਆ ਗਿਆ। ਹੁਣ ਕਿਉਂ ਡੋਲਣਾ ਹੈ? ਇਹਦੇ ਵਿੱਚੋਂ ਕਿੱਥੇ ਸਨੇਹ ਮਿਲੇਗਾ? ਫਿਰ ਸਾਹਿਬ ਕਹਿੰਦੇ ਤਨ ਧਨ ਸੰਪੈ ਸੁਖ ਦਿਓ, ਅਰ ਜਿਹ ਨੀਕੇ ਧਾਮ। ਤਨ ਦਿੱਤਾ, ਧਨ ਦਿੱਤਾ, ਸੰਪਤੀ ਦਿੱਤੀ ਤੇ ਕਈ ਪ੍ਰਕਾਰ ਦੇ ਸੁਖ ਦਿੱਤੇ। ਅਰ ਜਿਹ ਨੀਕੇ ਧਾਮ, ਨੀਕੇ ਦਾ ਅਰਥ ਹੈ ਸੁੰਦਰ, ਧਾਮ ਦੇ ਅਰਥ ਨੇ ਮਕਾਨ। ਜਿਨੇ ਤੈਨੂੰ ਸੁੰਦਰ ਮਕਾਨ ਦਿੱਤੇ। ਕਹੋ ਨਾਨਕ ਸੁਣ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਹੇ ਮੇਰੇ ਮਨ, ਗੁਰੂ ਤੇਗ ਬਹਾਦਰ ਸਾਹਿਬ ਜੀ ਤੈਨੂੰ ਸਮਝਾ ਰਹੇ ਨੇ, ਐਸੇ ਰਾਮ ਨੂੰ ਤੂੰ ਸਿਮਰਦਾ ਕਿਉਂ ਨਹੀਂ? ਇਸ ਤਰ੍ਹਾਂ ਦੇ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ? ਉਹਨੂੰ ਯਾਦ ਕਿਉਂ ਨਹੀਂ ਕਰਦਾ? ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਬਚਨਾਂ ਵਿੱਚ ਇਹ ਕਿਰਪਾ ਕਰ ਰਹੇ ਨੇ। ਸੋ ਅਗਲਾ ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਉਸ ਰੱਬ ਦੀ ਗੱਲ ਕੀਤੀ। ਇਹ ਸ਼ਾਮ ਦੇ ਦੀਵਾਨ ਵਿੱਚ ਅੱਜ ਆਪਾਂ ਵਿਚਾਰਾਂਗੇ। ਸੋ ਇੰਨੀਆਂ ਬੇਨਤੀਆਂ ਹੀ ਆਪ ਜੀ ਨੇ ਪ੍ਰਵਾਨ ਕਰਨੀਆਂ।